ਵਾਹਿਗੁਰੂ ਸਾਹਿਬ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ। ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡ ਅਵਰ ਨਾ ਕੋਏ। ਵਾਹੋ ਵਾਹੋ ਅਗੰਮ ਅਥਾਉ ਹੈ, ਵਾਹੋ ਵਾਹੋ ਸੱਚਾ ਸੋਏ। ਵਾਹੋ ਵਾਹੋ ਵੇ ਪ੍ਰਵਾਉ ਹੈ, ਵਾਹੋ ਵਾਹੋ ਕਰੇ ਸੋ ਹੋਏ। ਵਾਹੋ ਵਾਹੋ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੈ ਕੋਏ। ਵਾਹੋ ਵਾਹੋ ਕਰਮੀ ਪਾਈਏ, ਆਪ ਦਇਆ ਕਰ ਦੇ। ਨਾਨਕ ਗੁਰਮੁਖ ਵਾਹੋ ਵਾਹੋ ਪਾਈਐ, ਅਨ ਦਿਨ ਨਾਮ ਲਏ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਕਰ ਆਵੇ ਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵਾ। ਉਹਦੇ ਸੰਬੰਧ ਵਿੱਚ ਅੱਜ ਆਪਾਂ ਕੋਈ ਗੁਰੂ ਕੀ ਬਾਣੀ ਰਾਹੀਂ, ਗੁਰੂ ਇਤਿਹਾਸ ਰਾਹੀਂ ਆਪ ਜੀ ਨਾਲ ਸਾਂਝ ਪਾਉਣੀ ਆ। ਪਿਛਲੀ ਵਾਰੀ ਪਿਛਲੇ ਬੁੱਧਵਾਰ ਜਿਹੜਾ ਸਾਡਾ ਵਿਸ਼ਾ ਸੀ ਵੀ ਗ੍ਰੰਥੀ ਔਰ ਰਾਗੀ। ਕਿਉਂਕਿ ਜੇ ਗ੍ਰੰਥ ਵਾ ਤੇ ਗ੍ਰੰਥ ਨਾਲ ਗ੍ਰੰਥੀ ਜੁੜਿਆ ਹੋਇਆ ਵਾ, ਜੇ ਰਾਗ ਵਿਦਿਆ ਵਾ ਗੁਰੂ ਗ੍ਰੰਥ ਸਾਹਿਬ, ਉਹਦੇ ਨਾਲ ਰਾਗੀ ਜੁੜੇ ਹੋਏ ਨੇ। ਤੇ ਪਿਛਲੀ ਵਾਰੀ ਸਾਡਾ ਵਿਸ਼ਾ ਸੀ ਵੀ ਰਾਗੀ ਕੈਸਾ ਹੋਵੇ, ਠੀਕ ਕੈਸਾ ਹੋਵੇ, ਇਹ ਸਾਡਾ ਵਿਸ਼ਾ ਸੀ। ਅੱਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਿਹਦਾ ਬਹੁਤ ਵੱਡਾ ਕਾਰਜ ਕੀਤਾ ਕਿ ਹਰਿਮੰਦਰ ਸਾਹਿਬ ਦੇ ਅੰਦਰ ਅੱਜ ਦੇ ਦਿਨ ਭਾਦੋ ਸੁਦੀ 1 ਨੂੰ ਇਹ 15 ਵਧੀਆਂ ਹੁੰਦੀਆਂ ਨੇ। 15 ਜਿਹੜੀਆਂ ਵਧੀਆਂ ਹੁੰਦੀਆਂ ਨੇ ਉਹ ਪੂਰਨਮਾਸੀ ਤੋਂ ਲਾ ਕੇ ਤੇ ਮੱਸਿਆ ਤੱਕ ਆਉਂਦੀਆਂ ਨੇ, ਤੇ ਜਿਹੜੀਆਂ ਸੁਧੀਆਂ ਹੁੰਦੀਆਂ ਨੇ ਉਹ ਮੱਸਿਆ ਤੋਂ ਸ਼ੁਰੂ ਹੁੰਦੀਆਂ ਨੇ ਤੇ ਪੁੰਨਿਆ ਤੱਕ ਜਾਂਦੀਆਂ ਨੇ। ਇਸੇ ਕਰਕੇ ਗੁਰਪੁਰਬ ਅੱਗੇ ਪਿੱਛੇ ਆਉਂਦੇ ਨੇ, ਜਿਹੜੀਆਂ ਦੂਸਰੀਆਂ ਅੰਗਰੇਜ਼ੀ ਡੇਟਾਂ ਨੇ ਉਹਨਾਂ ਦੇ ਹਿਸਾਬ ਮੁਤਾਬਕ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਭਾਦਮ ਸੁਦੀ 1 ਨੂੰ, ਜਾਨੀ ਕਿ ਭਾਦੋ ਮਹੀਨੇ ਦੀ ਜਿਹੜੀ ਮੱਸਿਆ ਵਾ, ਉਸ ਦਿਨ ਇਹ ਕਾਰਜ ਕੀਤਾ। ਸੰਗਤਾਂ ਮੱਸਿਆ ਤੇ ਆਉਂਦੀਆਂ ਸਨ ਗੁਰੂ ਦਾ ਦਰਸ਼ਨ ਕਰਨ ਵਾਸਤੇ ਦੂਰ ਦਰਾਡਿਓਂ ਚੱਲ ਕੇ, ਤੇ ਉਹੀ ਦਿਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਚੁਣਿਆ। ਤੇ ਆਓ ਧੰਨ ਗੁਰੂ
ਨਾਨਕ ਦੇ ਸੱਚੇ ਪਾਤਸ਼ਾਹ ਇੱਕ ਬਚਨ ਕਰਦੇ ਨੇ। ਆਪਾਂ ਗੱਲ ਆਰੰਭ ਕਰੀ ਕਿਉਂਕਿ ਸਮਾਂ ਆਪਣੀ ਚਾਲ ਬੜੀ ਚੱਲ ਜਾਂਦਾ ਛੇਤੀ ਛੇਤੀ। ਇਹ ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਇਹਦਾ ਨਾਮ ਪਹਿਲਾ ਪੋਥੀ ਸਾਹਿਬ ਆ, ਫਿਰ ਇਹਦਾ ਨਾਮ ਰੱਖਿਆ ਗਿਆ ਗ੍ਰੰਥ ਸਾਹਿਬ। ਹਾਲਾਂਕਿ ਪੋਥੀ ਸ਼ਬਦ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ 7-8 ਵਾਰੀ ਆਉਂਦਾ ਹੈ ਕਿ ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਭਾਗਟ ਗ੍ਰਹਿ ਪੜ੍ਹੇ ਨਿਤ ਪੋਥੀ, ਪੰਡਤ ਬਖਾਣੇ ਪੋਥੀਆਂ ਸਿੱਧ ਬਵੇ ਦੇਵ ਸਥਾਨ। ਕਿਸੇ ਵਿਦਵਾਨ ਨੇ ਵੀ ਕਿਹਾ ਕਿ ਪੋਥੀ ਪੜ ਪੜ ਜਗ ਮੁਆ, ਪੰਡਤ ਪਿਆ ਨਾ ਕੋਏ, 2.5 ਅੱਖਰ ਪ੍ਰੇਮ ਕੇ ਪੜ੍ਹੇ ਸੋ ਪੰਡਤ ਹੋਏ। ਪੋਥੀ ਇੱਕ ਹੁੰਦਾ ਪੱਤਰ, ਪ੍ਰੋਤੀ। ਇਹ ਪੋਥੀ ਸ਼ਬਦ ਜਿਹੜਾ ਪ੍ਰੋਤੀ ਤੋਂ ਆਇਆ ਹੈ। ਜਿਸ ਤਰ੍ਹਾਂ ਕੋਈ ਕਾਗਜ਼ਾਂ ਤੇ ਲਿਖਦਾ ਜਾਵੇ ਮੁੜ ਕੇ ਉਹਨਾਂ ਕਾਗਜ਼ਾਂ ਨੂੰ ਇਕੱਠਿਆਂ ਕਰਦੇ, 10-20 ਨੂੰ ਕਾਗਜ਼ ਇਕੱਠੇ ਕਰਦੇ, ਪਰੋ ਦਵੇ ਇੱਕ ਥਾਂ ਤੇ, ਉਹਨੂੰ ਕਹਿੰਦੇ ਪਰੋਤੇ ਗਏ ਨੇ 10 ਕਾਗਜ਼ਾਂ, 20 ਜਿੰਨੇ ਵੀ 100 ਜਿੰਨੇ ਵੀ ਨੇ, ਉਹਨੂੰ ਕਹਿੰਦੇ ਪ੍ਰੋਤੀ। ਉਹ ਪ੍ਰੋਤੀ ਤੋਂ ਸ਼ਬਦ ਆਇਆ ਪੋਥੀ। ਜਿਸ ਤਰ੍ਹਾਂ ਅਸੀਂ ਮਣਕੇ ਵੱਖੋ ਵੱਖਰੇ ਪਏ ਹੁੰਦੇ ਆ ਨਾ ਮਾਲਾ ਦੇ, ਤੇ ਉਹਨਾਂ ਨੂੰ ਆਪਾਂ ਪਰੋ ਦਿੰਦੇ ਆ, ਉਹ ਮਾਲਾ ਬਣ ਜਾਂਦੀ ਆ। ਇਸੇ ਤਰ੍ਹਾਂ 10-20-100 ਜਿੰਨੇ ਵੀ ਕਾਗਜ਼ਾਂ ਨੂੰ ਇਕੱਠਿਆਂ ਕਰਕੇ ਉਹਨੂੰ ਇੱਕ ਥਾਂ ਤੇ ਕਰ ਦਿੱਤਾ ਜਾਵੇ, ਕਿਸੇ ਕਾਗਜ਼ ਵਿੱਚ ਬੰਨ੍ਹ ਦਿੱਤਾ ਜਾਵੇ, ਉਹਨੂੰ ਕਹਿੰਦਾ ਜੀ ਪਰੋ ਦਿੱਤੇ ਗਏ, ਯਾਨੀ ਕਿ ਪੋਥੀ। ਉਹ ਕਾਗਜ਼ ਜਿਹੜੇ ਸੀ ਇਕੱਠੇ ਕਰ ਦਿੱਤੇ ਗਏ। ਇੱਕ ਸ਼ਬਦ ਆਉਂਦਾ ਗ੍ਰੰਥ, ਤੇ ਗ੍ਰੰਥ ਦਾ ਮਤਲਬ ਕੀ ਹੁੰਦਾ? ਪੋਥੀ ਦਾ ਤਾਂ ਚਲੋ ਆ ਗਿਆ ਵੀ ਥੋੜੇ 10-20 ਕਾਗਜ਼ ਇਕੱਠੇ ਕੀਤੇ, ਉਹਨਾਂ ਨੂੰ ਇੱਕ ਥਾਂ ਤੇ ਪਰੋ ਦਿੱਤਾ। ਉਹ ਪਰੋਤਿਆਂ ਨੂੰ ਕਹਿਣ ਲੱਗ ਪਏ ਪੋਥੀ ਹੈ। ਤੇ ਗੁਰੂ ਅਰਜਨ ਦੇਵ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ। ਉਹ ਵੱਖ-ਵੱਖ ਕਾਗਜ਼ਾਂ ਨੂੰ ਇੱਕ ਥਾਂ ਤੇ ਇਕੱਠਿਆਂ ਕਰਦੇ, ਉਹਨੂੰ ਕਹਿੰਦੇ ਸੀ ਪੋਥੀ। ਪਰੋ ਦਿੱਤੇ ਗਏ ਇੱਕ ਥਾਂ ਤੇ। ਫਿਰ ਇਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਗ੍ਰੰਥ ਸਾਹਿਬ ਜੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਕਦੀ ਵੀ ਇਹ ਇੱਕ ਵਾਰੀ ਵੀ ਨਹੀਂ ਆਉਂਦਾ ਵੀ ਇਹ ਗ੍ਰੰਥ ਸ਼ਬਦ। ਭਾਈ ਗੁਰਦਾਸ ਨੇ ਇੱਕ ਵਾਰੀ ਜ਼ਰੂਰ ਲਿਖਿਆ ਗ੍ਰੰਥ ਸ਼ਬਦ। ਵੇਦ ਗਿਆਨ ਗੁਰੂ ਗ੍ਰੰਥ ਹੈ, ਉਹ ਜਿਹਦਾ ਬਚਨ ਆਉਂਦਾ ਮਹਾਰਾਜ ਦਾ, ਭਗਤ ਕਬੀਰ ਜੀ ਦਾ, ਆਪਣਾ ਭਾਈ ਰਵਿਦਾਸ, ਭਾਈ ਗੁਰਦਾਸ ਜੀ ਦਾ। ਗ੍ਰੰਥ ਦਾ ਮਤਲਬ ਹੁੰਦਾ ਹੈ ਪੋਥੀ ਦਾ, ਤੇ ਮਤਲਬ ਦਾ ਮਤਲਬ ਹੁੰਦਾ ਹੈ, ਇਹ ਗੰਢ ਤੋਂ ਸ਼ਬਦ ਗ੍ਰੰਥ ਆਇਆ। ਪੁਰਾਣੇ ਮਹਾਂਪੁਰਖ ਕੀ ਕਰਦੇ ਹੁੰਦੇ ਸੀ ਵੀ ਕਾਗਜ਼ਾਂ ਆਪਣੇ ਪੱਤਰਾਂ ਉੱਤੇ ਲਿਖਣਾ, ਤੇ ਉਹਨਾਂ 10 ਪੱਤਰਾਂ ਨੂੰ ਇਕੱਠਿਆਂ ਕਰ ਦੇਣਾ, ਇੱਕ ਵਿਸ਼ੇ ਤੇ ਲਿਖਣੇ 10 ਸੂਤਰ। ਉਹਨੂੰ ਕਹਿੰਦੇ ਸੂਤਰ ਲਿਖਤਾ। ਜਿੱਦਾਂ ਰਮਾਇਣ ਦੇ 20 ਸੂਤਰ ਨੇ ਜਾਂ 100 ਸੂਤਰ ਨੇ ਫਲਾਣੇ ਗ੍ਰੰਥ ਦੇ। ਜਿੱਦਾਂ ਮੋਹ ਤੇ 10 ਗੱਲਾਂ ਲਿਖਣੀਆਂ, ਤੇ ਉਹਨੂੰ ਇੱਕ ਸੂਤਰ ਵਿੱਚ ਬੰਨ੍ਹ ਦੇਣਾ। ਉਸ ਕਾਗਜ਼ ਨੂੰ 10-20 ਪੱਤਰ ਇੱਕ ਥਾਂ ਤੇ ਬੰਨ੍ਹ ਦੇਣੇ ਸੂਤਰ ਵਿੱਚ। ਜਿੱਦਾਂ ਆਪਾਂ ਨਹੀਂ ਇਹਨੂੰ ਕੰਧਾਂ ਕਰਦੇ ਤੇ ਕਹਿੰਦੇ ਸੂਤਰ ਵਿੱਚ ਲੈ ਆਪਣੀ ਕੰਧ ਕਰੋ ਸੂਤ। ਉਹ ਸੂਤਰ ਦੇ ਵਿੱਚ ਧਾਗੇ ਵਿੱਚ ਜਿਹੜੀਆਂ ਛੋਟੀਆਂ ਕਾਗਜ਼ ਬੰਨੇ ਜਾਂਦੇ ਸੀ, ਜਿਸ ਤਰ੍ਹਾਂ ਕਹਿੰਦੇ ਵੀ ਸੂਤਰ ਨੰਬਰ 1 ਦਾ 10ਵਾਂ ਸ਼ਲੋਕ, ਜਾਨੀ ਕਿ ਇੱਕ ਥਾਂ ਤੇ ਉਹਨਾਂ ਨੇ 20 ਸੂਤਰ ਇਕੱਠੇ ਕਰਕੇ ਰੱਖੇ ਨੇ, ਜਾਨੀ ਕਿ 20 ਗੱਠਾਂ ਛੋਟੀਆਂ ਬੰਨ ਕੇ ਰੱਖੀਆਂ ਹੋਈਆਂ ਨੇ। ਉਹਦਾ ਜਿਹੜਾ ਪਹਿਲਾ ਨੰਬਰ ਸੂਤਰ ਆ ਉਹਦਾ 10ਵਾਂ ਸ਼ਲੋਕ ਹੈ ਕਰਨ ਵਾਸਤੇ, ਜਾਂ ਕੋਈ ਵੀ ਕਹਿ ਲਓ। ਉਹ ਸੂਤਰ ਵਿੱਚ ਥੋੜੇ ਕਾਗਜ਼ ਬੰਨ ਕੇ ਰੱਖ ਦਿੱਤੇ ਜਾਂਦੇ ਸੀ। ਉਹ ਸੂਤਰ ਨੂੰ ਮੁੜ ਕੇ, ਉਹਨਾਂ ਸੂਤਰਾਂ ਨੂੰ ਮੁੜ ਕੇ ਇੱਕ ਵੱਡੀ ਰੱਸੀ ਵਿੱਚ ਬੰਨ ਕੇ ਉਹਨੂੰ ਗੰਢ ਦੇ ਦਿੱਤੀ ਜਾਂਦੀ ਸੀ। ਇਹ ਗੰਢ ਤੋਂ ਸ਼ਬਦ ਆਇਆ ਗ੍ਰੰਥ। ਉਹ ਕੀਤੇ ਹੋਏ ਕਾਗਜ਼ਾਂ ਨੂੰ ਇੱਕ ਥਾਂ ਤੇ ਗੰਢ ਬੰਨ ਦਿਓ, ਤੇ ਗੰਢ ਦਾ ਮਤਲਬ ਹੁੰਦਾ ਹੈ ਗ੍ਰੰਥ।
ਜਿੱਦਾਂ ਕਹਿੰਦੇ ਫਲਾਣੇ ਦੀ ਵਰੇ ਗੰਢ। ਪੁਰਾਣੇ ਸਮੇਂ 'ਚ ਕੋਈ ਕਾਗਜ਼ ਨਹੀਂ ਸੀ ਹੁੰਦੇ, ਪੈਨ ਨਹੀਂ ਸੀ ਹੁੰਦੇ, ਤੇ ਕਿੱਦਾਂ ਪਤਾ ਲੱਗਦਾ ਕਿ ਫਲਾਣਾ ਬੰਦਾ ਕਿੰਨੇ ਸਾਲ ਦਾ ਹੋ ਗਿਆ। ਤੇ ਘਰ ਵਿੱਚ ਇੱਕ ਰੱਖਿਆ ਹੁੰਦਾ ਸੀ ਧਾਗਾ, ਤੇ ਜਦੋਂ ਕਿਸੇ ਦਾ ਜਨਮ ਹੋਇਆ, ਫਰਜ਼ ਕਰ ਲਓ 1 ਸਾਉਣ ਨੂੰ ਹੋ ਗਿਆ, ਤੇ ਅਗਲੇ ਨੂੰ ਉਹ ਇੱਕ ਧਾਗੇ ਉਹਦੇ ਨਾਂ ਦਾ ਇੱਕ ਧਾਗਾ ਰੱਖਿਆ ਜਾਂਦਾ ਸੀ ਘਰ ਵਿੱਚ, ਤੇ ਅਗਲੇ 1 ਸਾਉਣ ਨੂੰ ਉਹਨੂੰ ਇੱਕ ਗੰਢ ਬੰਨ੍ਹ ਦੇਣੀ ਤੇ ਕਹਿਣਾ ਇਹ ਵਰੇ ਗੰਢ ਵਾ। ਸਾਲ ਪਿੱਛੋਂ ਇੱਕ ਗੰਢ ਬੰਨੀ ਜਾਣੀ ਉਸ ਧਾਗੇ ਨੂੰ। 10 ਗੰਢਾਂ ਹੋ ਗਈਆਂ, 10 ਸਾਲ ਦਾ ਬੱਚਾ ਹੋ ਗਿਆ, 20 ਗੰਢਾਂ ਹੋ ਗਈਆਂ, 20 ਸਾਲ। ਇਸ ਤਰ੍ਹਾਂ ਲੇਖਾ ਜੋਖਾ ਕੀਤਾ ਜਾਂਦਾ ਸੀ। ਉਸ ਨੂੰ ਕਹਿੰਦੇ ਸੀ ਵਰੇ ਗੰਢ। ਨਹੀਂ ਹੈ, ਤੇ ਗੰਢ ਤੋਂ ਸ਼ਬਦ ਆ ਗਿਆ ਗ੍ਰੰਥ। ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਆਉਂਦਾ ਹੈ, ਲੇਖਾ ਰੱਬ ਮੰਗੇਸੀਆ ਕਈ ਬੈਠਾ ਕੱਢ ਵਹੀ। ਹੁਣ ਪੋਥੀ ਕਹਿ ਲੋ, ਗ੍ਰੰਥ ਕਹਿ ਲੋ, ਵਹੀ ਕਹਿ ਲੋ, ਅਰਥ ਤਾਂ ਇੱਕ ਹੀ ਚੱਲਣੇ ਆ। ਪੁਸਤਕ ਕਹਿ ਲੋ, ਕਿਤਾਬ ਕਹਿ ਲੋ, ਅਰਥ ਤਾਂ ਇੱਕ ਹੀ ਚੱਲਣੇ ਆ। ਹੁਣ ਵਹੀ ਦਾ ਵੀ ਮਤਲਬ ਕੀ ਹੁੰਦਾ ਹੈ? ਜਿੱਦਾਂ ਉਹਨੇ ਸਭਨਾ ਲਿਖਿਆ ਵੂੜੀ, ਵੂੜੀ ਮਾਣੇ ਲਿਖੀ ਹੋਈ ਗੱਲ ਨੂੰ ਕਹਿੰਦੇ ਸੀ ਇਹ ਵਹੀ ਖਾਤਾ ਹੈ। ਵਹੀ ਤੋਂ ਸ਼ਬਦ, ਵੂੜੀ ਤੋਂ ਵਹੀ ਸ਼ਬਦ ਆ ਗਿਆ। ਇੱਕ ਹੁੰਦਾ ਪੁਸਤਕ। ਇਹ ਗੁਰੂ ਗ੍ਰੰਥ ਸਾਹਿਬ 'ਚ ਪੋਥੀ ਸ਼ਬਦ ਵੀ ਆਉਂਦਾ ਹੈ। ਪੜ੍ਹ ਪੁਸਤਕ ਸੰਧਿਆ ਬਾਦੰ। ਪੁਸਤਕ ਮੈਣੇ ਆਪਣੇ ਵੱਡੀਆਂ ਪੁਰਾਣੀਆਂ ਪੁਸਤਾਂ ਦੀ ਜਿਹੜੀ ਕੋਈ ਵਿਚਾਰ ਨੂੰ ਸਾਂਭ ਕੇ ਰੱਖੇ, ਲਿਖ ਕੇ ਰੱਖ ਲੈ। ਜਿਸ ਜਗਤ ਨੂੰ ਕਹਿੰਦੇ ਉੱਥੇ ਆਪਣੀ ਪੁਸਤਕ ਪਈ ਹੋਈ ਆ। ਆਪਣੀ ਪੁਸਤਾਂ ਦੀ ਪਿਛਲਾ ਲੇਖਾ ਜੋਖਾ ਪਿਆ। ਦਾਦਾ ਕੌਣ ਸੀ, ਪੜਦਾਦਾ ਕੌਣ ਸੀ, ਮਾਮੇ ਕੌਣ ਸੀ, ਉਹ ਸਾਰੀ ਜਿਹੜੀ ਇੱਕ ਥਾਂ ਤੇ ਲਿਖ ਕੇ ਰੱਖ ਦਿੱਤਾ ਜਾਂਦਾ, ਉਹਨੂੰ ਕਹਿੰਦੇ ਪੁਸਤਕ। ਜਾਨੀ ਕਿ ਕਾਗਜ਼ਾਂ ਦਾ ਨਾਂ ਹੀ ਪੁਸਤਕ ਹੈ। ਪੜ੍ਹ ਪੁਸਤਕ ਸੰਧਿਆ। ਉਹ ਆਪਣੀਆਂ ਵੱਡੀਆਂ ਪੁਸਤਾਂ ਦਾ ਲੇਖਾ ਜੋਖਾ ਇੱਕ ਥਾਂ ਤੇ ਰੱਖ ਦਿੱਤਾ ਜਾਂਦਾ ਸੀ। ਉਹਨੂੰ ਕਹਿੰਦੇ ਇਹ ਪੁਸਤਕ ਪਈ ਹੋਈ, ਆਪਣੀ ਪੁਸਤਾਂ ਦਾ ਲੇਖਾ ਜੋਖਾ ਪਿਆ ਹੋਇਆ। ਇੱਕ ਸ਼ਬਦ ਆਉਂਦਾ ਕਿਤਾਬ। ਭਾਈ ਗੁਰਦਾਸ ਨੇ 2 ਵਾਰੀ ਕਿਤਾਬ ਸ਼ਬਦ ਲਿਖਿਆ। ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਕਿਤਾਬ ਹੁੰਦੀ ਸੀ। ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨੋਈ। ਪੁੱਛਣ ਫੋਲ ਕਿਤਾਬ ਨੂੰ, ਵੱਡਾ ਆਸਾ ਹੱਥ ਕਿਤਾਬ ਕਿਸ਼ਕਸ਼। ਇਹ 2 ਵਾਰੀ ਸ਼ਬਦ ਗੁਰੂ ਨਾਨਕ ਸਾਹਿਬ ਦੇ ਬਾਰੇ ਭਾਈ ਗੁਰਦਾਸ ਨੇ ਲਿਖਿਆ ਕਿ ਉਹਨਾਂ ਦੇ ਕੋਲ ਗੁਰੂ ਨਾਨਕ ਸਾਹਿਬ ਇੱਕ ਕਲਮ, ਦਵੈਤ ਤੇ ਕਾਗਜ਼ ਰੱਖਦੇ ਸੀ, ਪੋਥੀ ਰੱਖਦੇ ਸੀ। ਉਹਨੂੰ ਕਿਤਾਬ ਵੀ ਬੋਲਿਆ ਜਾਂਦਾ ਹੈ। ਹੁਣ ਅਰਬੀ ਦਾ ਸ਼ਬਦ ਆ ਕਿਤਾਬ। ਉਹ ਕਲਾਮ, ਕੱਕਾ ਮੈਨੇ ਕਿਤਾਬ ਮੈਨੇ ਕਲਾਮ, ਉਹ ਰੱਬੀ ਕਲਾਮ ਜਿਨ੍ਹਾਂ ਕਾਗਜ਼ਾਂ ਉੱਤੇ ਲਿਖਿਆ ਜਾਂਦਾ ਉਹਨੂੰ ਕਹਿੰਦੇ ਕਿਤਾਬ। ਇਹਨਾਂ ਕਾਗਜ਼ਾਂ ਉੱਤੇ ਇਸ ਦਾ ਨਾਂ ਤਾਂ ਕਿਤਾਬ ਰੱਖਿਆ ਗਿਆ ਵਾ। ਜਿੱਦਾਂ ਕਹਿੰਦੇ ਨਾ ਵੀ ਸੰਸਕ੍ਰਿਤ ਦਾ ਮਤਲਬ ਕੀ ਹੁੰਦਾ ਹੈ? ਸੰਤਾਂ ਦੀ ਭਾਸ਼ਾ। ਤੇ ਇੱਕ ਹੁੰਦਾ ਲਫ਼ਜ਼ ਫਾਰਸੀ ਮੈਨੇ ਫਰਿਸ਼ਤਿਆਂ ਦੀ ਬੋਲੀ। ਸੰਸਕ੍ਰਿਤ ਮੈਨੇ ਸੰਤਾਂ ਦੀ, ਤੇ ਫਾਰਸੀ ਮੈਨੇ ਫਰਿਸ਼ਤਿਆਂ ਦੀ ਭਾਸ਼ਾ। ਤੋ ਪੋਥੀ ਕਹਿ ਲੋ, ਗ੍ਰੰਥ ਕਹਿ ਲੋ, ਵਹੀ ਕਹਿ ਲੋ, ਕਿਤਾਬ ਕਹਿ ਲੋ, ਪੁਸਤਕ ਕਹਿ ਲੋ, ਅਰਥ ਇੱਕ ਹੀ ਹੈ। ਅੱਜ ਕੱਲ੍ਹ ਪੜ੍ਹੇ ਲਿਖੇ ਲੋਕੀ ਬੁੱਕ ਕਹਿੰਦੇ ਨੇ ਇੰਗਲਿਸ਼ ਵਿੱਚ। ਬੁੱਕ ਦਾ ਮਤਲਬ ਹੀ ਕਿਤਾਬ ਹੀ ਹੈ। ਤੋ ਆਓ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਕੀ ਲਿਖਦੇ ਨੇ ਬਾਣੀ ਅੰਦਰ। ਧਨ ਸੋ ਕਾਗਦ ਕਲਮ ਧਨ, ਧਨ ਪਾਂਡਾ ਧਨ ਮਸ,
ਤਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਮਹਾਰਾਜ ਕਹਿੰਦੇ ਧਨ ਸੋ ਕਾਗਦ, ਜਿੱਥੇ ਉਹ ਰੱਬੀ ਸਿਫਤਾਂ ਲਿਖੀਆਂ ਗਈਆਂ ਨੇ ਉਹ ਕਾਗਜ਼ ਪੂਜਣ ਯੋਗ ਹੈ, ਉਹ ਧਨ ਹੈ। ਧਨ ਸੋ ਕਾਗਦ ਕਲਮ ਧਨ, ਤੇ ਜਿਸ ਕਲਮ ਦੇ ਨਾਲ ਰੱਬੀ ਬਾਤ ਲਿਖੀ ਗਈ, ਰੱਬੀ ਗੀਤ ਲਿਖੇ ਗਏ, ਰੱਬੀ ਸਿਫਤੋ ਸਲਾਹ ਲਿਖੀ ਗਈ, ਇਹ ਧੰਨ ਗੁਰੂ ਨਾਨਕ ਦਾ ਬਚਨ ਆ। ਇਤਿਹਾਸਕ ਬਚਨ ਨਹੀਂ ਹੈ, ਬੰਦਿਆਂ ਦੇ ਬਚਨ ਨਹੀਂ ਹੈ ਬਾਣੀ। ਇਹ ਬਾਣੀ ਮਹਾਂਪੁਰਖਣ ਕੀ ਮਣੇ ਉਤਾਰਨ ਮਾਨਕੋ। ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖੇ, ਬਾਣੀ ਮਹਾਂਪੁਰਖ ਕੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਤੁਰ ਕੀ ਬਾਣੀ ਆਈ। ਇਹ ਬੰਦਿਆਂ ਦੇ ਬੋਲ ਨਹੀਂ ਹੈ। ਸਾਹਿਬ ਕਹਿੰਦੇ ਧਨ ਸੋ ਕਾਗਦ, ਇਹ ਬਾਣੀ 'ਚ ਲਿਖਿਆ। ਉਹ ਕਾਗਜ਼ ਧਨ ਹੈ ਕਿਹੜਾ? ਧਨ ਸੋ ਕਾਗਦ ਕਲਮ ਧਨ, ਉਹ ਕਲਮ, ਉਹ ਪੈਨ ਵੀ ਧਨਤਾ ਯੋਗ ਹੈ, ਪੂਜਣ ਯੋਗ ਹੈ। ਧਨ ਭਾਂਡਾ ਧਨ ਮਸ, ਮਸ ਕਹਿੰਦੇ ਨੇ ਸ਼ਾਹੀ ਨੂੰ, ਭਾਂਡਾ ਕਹਿੰਦੇ ਨੇ ਦਵੈਤ ਨੂੰ। ਸਾਹਿਬ ਕਹਿੰਦੇ ਉਹ ਕਲਮ, ਉਹ ਦਵੈਤ, ਉਹ ਸ਼ਾਹੀ, ਕਾਗਜ਼ ਸਭ ਕੁਛ ਧਨ ਨੇ। ਤੇ ਧਨ ਲਿਖਾਰੀ ਨਾਨਕਾ, ਇਹ ਕੰਮ ਕਾਗਜ਼ ਕਲਮ ਦਵੈਤ ਪੈਨ ਤੇ ਹੁਣ ਬੰਦੇ ਨਹੀਂ ਚਲਾਉਣੇ ਆ ਨਾ। ਤੇ ਸਾਹਿਬ ਕਹਿੰਦੇ ਉਹ ਵੀ ਧਨ ਜਿਹੜਾ ਰੱਬੀ ਗੀਤ ਲਿਖਦਾ। ਧਨ ਲਿਖਾਰੀ ਨਾਨਕਾ। ਗੁਰੂ ਨਾਨਕ ਸਾਹਿਬ ਨੂੰ ਉਸਦਾ ਕਿਸੇ ਨੇ ਪੁੱਛਿਆ ਹੋਵੇ, ਤੁਸੀਂ ਆਪਣੇ ਕੋਲ ਕਲਮ ਰੱਖਦੇ ਹੋ, ਦਵੈਤ ਰੱਖਦੇ ਹੋ, ਕਾਗਜ਼ ਰੱਖਦੇ ਹੋ, ਕੁਛ ਲਿਖਦੇ ਹੋ, ਇਹ ਕਿਉਂ ਆ? ਦੁਨੀਆ ਦੇ ਬੜੇ ਬੜੇ ਪੈਗੰਬਰ ਹੋਏ, ਰਹਿਬਰ ਹੋਏ, ਕਿਸੇ ਨੇ ਆਪਣੀ ਕਲਮ ਨਾਲ ਕੋਈ ਇੱਕ ਸ਼ਬਦ ਨਹੀਂ ਲਿਖਿਆ। ਕੁਰਾਨ ਮੁਹੰਮਦ ਸਾਹਿਬ ਤੋਂ ਬਾਅਦ ਲਿਖੀ ਗਈ ਹੈ। ਗੀਤਾ ਸ਼੍ਰੀ ਕ੍ਰਿਸ਼ਨ ਜੀ ਨੇ ਕੁਰਸ਼ੇਤਰ ਵਿੱਚ ਬੋਲ ਕੇ ਕਹੀ ਹੋਈ ਅਰਜਨ ਨੂੰ, ਮੁੜ ਕੇ ਬਿਆਸ ਰਿਖੀ ਨੇ ਉਹਨੂੰ ਲਿਖਿਆ ਹੈ। ਕਿਸੇ ਵੀ ਪੈਗੰਬਰ ਨੇ ਕੋਈ ਸ਼ਬਦ ਨਹੀਂ ਲਿਖਿਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ, ਉਹ ਕਿੰਨਾ ਕੁ ਆਉਣ ਵਾਲੇ ਭਵਿੱਖ ਬਾਰੇ ਸਾਡੇ ਬਾਰੇ ਸੋਚਦੇ ਹੋਣਗੇ ਵੀ ਮੈਂ ਆਪਣੀ ਉਮਤ ਨੂੰ ਕੁਝ ਲਿਖ ਕੇ ਦੇ ਜਮਾਵਾਂ। ਵਾਹ ਵਾਹ। ਉਹਨਾਂ ਦੇ ਕੋਲ ਕਲਮ ਸੀ, ਦਵੈਤ ਸੀ, ਸ਼ਾਹੀ ਸੀ, ਕਾਗਜ਼ ਸੀ। ਉਹ ਆਪਣੇ ਕੋਲ ਇੱਕ ਝੋਲਾ ਰੱਖਦੇ ਸੀ। ਤੇ ਜਦੋਂ ਕਹਿੰਦੇ ਸੀ ਮਰਦਾਨਿਆਂ ਰਬਾਬ ਵਜਾ ਕਾਈ, ਸਿਫਤ ਨਿਰੰਕਾਰ ਦੀ ਕਰੀਏ, ਉਦੋਂ ਗਾਉਂਦੇ ਸੀ। ਤੇ ਜਦੋਂ ਵੇਲ ਮਿਲਦਾ ਸੀ ਉਹ ਗਾਈ ਹੋਈ ਬਾਣੀ ਨੂੰ ਲਿਖਦੇ ਸੀ। ਇੱਕ ਹੋਰ ਗੱਲ ਹੈ, ਦੁਨੀਆ ਦੇ ਬੜੇ ਬੜੇ ਗ੍ਰੰਥ ਹੋਏ ਨੇ, ਪਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਧਰਤੀ ਉੱਤੇ ਅਜੇ ਤੱਕ। ਇਹ ਗੁਰੂ ਗ੍ਰੰਥ ਸਾਹਿਬ ਹੀ ਆ ਜਿਹੜਾ ਪਹਿਲੇ ਧਰਤੀ ਤੇ ਪਹਿਲੀ ਵਾਰੀ ਪ੍ਰਕਾਸ਼ਮਾਨ ਹੋਇਆ। ਦੁਨੀਆ ਤੇ ਬੜੇ ਬੜੇ ਗ੍ਰੰਥ ਨੇ। ਮਹਾਰਾਜ ਕਹਿੰਦੇ ਅਸੰਖ ਵੇਦ, ਅਸੰਖ ਗ੍ਰੰਥ ਮੁਖ ਵੇਦ ਪਾਠ। ਗ੍ਰੰਥ ਇੱਕ ਥੋੜਾ, ਸਾਡਾ ਗੁਰੂ ਗ੍ਰੰਥ ਸਾਹਿਬ ਕੱਲਾ ਗ੍ਰੰਥ ਥੋੜਾ। 4 ਵੇਦ ਨੇ, 6 ਸਤ ਨੇ, 18 ਪੁਰਾਣ ਨੇ, 27 ਸਿਮਰਤੀਆਂ ਨੇ, 108 ਉਪਨਿਸ਼ਦਾਂ ਨੇ। ਗ੍ਰੰਥ, ਇੱਕ ਗ੍ਰੰਥ ਥੋੜਾ ਇੱਥੇ ਕੋਈ ਧਰਤੀ ਉੱਤੇ ਪਿਆ ਹੋਇਆ। ਹਰ ਉਮਤ ਦੇ ਆਪੋ ਆਪਣੇ ਗ੍ਰੰਥ ਨੇ। ਕਿਸੇ ਵੀ ਗ੍ਰੰਥ ਦਾ ਧਰਤੀ ਉੱਤੇ ਅਜੇ ਤੱਕ ਪ੍ਰਕਾਸ਼ ਨਹੀਂ ਹੋਇਆ। ਹਾਲਾਂਕਿ ਮੁਸਲਮਾਨ, ਸਾਰਾ ਮੁਸਲਮਾਨ ਕੁਰਾਨ ਨੂੰ ਮੰਨਦਾ ਹੈ, ਪਰ ਉਹਨਾਂ ਨੇ ਅਜੇ ਤੱਕ ਪ੍ਰਕਾਸ਼ ਨਹੀਂ ਕੀਤਾ ਇਸ ਦਾ। ਤੇ ਅਜੇ ਤੱਕ ਨਾ ਤੇ ਕਿਸੇ ਗ੍ਰੰਥ ਦਾ ਪ੍ਰਕਾਸ਼ ਹੋਇਆ ਤੇ ਨਾ ਸੁਖਾਸਣੀ ਹੋਇਆ। ਤੇ ਜਦੋਂ ਇਹ ਤਿਆਰ ਹੋਇਆ ਪੋਥੀ ਸਾਹਿਬ, ਤੇ ਗੁਰੂ ਅਰਜਨ ਦੇਵ ਨੇ ਪਹਿਲੇ ਦਿਨ ਇਹਦਾ ਪ੍ਰਕਾਸ਼ ਕੀਤਾ ਹੈ। ਤੇ ਉਦੋਂ ਹੀ ਸੁਖਾਸਣ ਕੀਤਾ ਹੈ ਜੋ ਅਜੇ ਤੱਕ ਚੱਲਦਾ ਆ ਰਿਹਾ ਹੈ। ਸਾਹਿਬ ਨੇ ਕਿਹਾ ਧਨ ਸੋ ਕਾਗਦ ਕਲਮ ਧਨ, ਧਨ ਪਾਂਡਾ ਧਨ ਮਸ, ਧਨ ਲਿਖਾਰੀ ਨਾਨਕਾ। ਉਹ ਧਨ ਹੈ ਜਿਹਨੇ ਆਪਣੀ ਕਲਮ ਦੇ ਨਾਲ ਰੱਬੀ ਗੀਤ ਲਿਖੇ ਹੋਣ। ਜਿਸ ਤਰ੍ਹਾਂ ਗੁਰੂ ਕੀ ਬਾਣੀ 'ਚ ਕਹਿੰਦੀ ਆ, ਹਰ ਜਸ ਲਿਖੇ ਬੇਅੰਤ, ਸੋਹੇ ਸੇ ਹੱਥਾ।
ਉਹ ਹੱਥ ਸੋਭਾ ਪਾਉਂਦੇ ਨੇ ਜਿਹੜੇ ਗੁਰੂ ਕੀ ਬਾਣੀ ਲਿਖਦੇ ਨੇ। ਚਲੋ ਹੁਣ ਤੇ ਸਮਾਂ ਬਦਲ ਗਿਆ ਤੇ ਹੁਣ ਹਰ ਬੰਦੇ ਕੋ ਫੋਨ ਵਾ, ਹਰ ਬੰਦੇ ਵਿੱਚ ਹਰ ਫੋਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਆ ਗਈ। ਹੁਣ ਤੇ ਲਿਖਣ ਦੀ ਲੋੜ ਹੀ ਨਹੀਂ ਹੈ। ਉਹ ਕੈਸਾ ਸਮਾਂ ਹੋਗਾ ਜਦੋਂ ਕਿਸੇ ਦੇ ਕੋਲ ਕੋਈ ਕਲਮ ਨਹੀਂ ਸੀ ਹੁੰਦੀ, ਕਾਗਜ਼ ਨਹੀਂ ਹੁੰਦੀ, ਉਦੋਂ ਦੀਆਂ ਬਾਤਾਂ ਲਿਖ ਲੈ ਗੁਰੂ ਨਾਨਕ ਸਾਹਿਬ। ਇੱਕ ਬਚਨ ਆਉਂਦਾ ਗੁਰੂ ਅਰਜਨ ਦੇਵ ਦਾ, ਬਲਾਵਰ ਰਾਗ ਸ਼ੈਂਦ ਆਉਂਦਾ, ਉਹ ਕਹਿੰਦੇ ਗੁਣ ਗਾਏ। ਜਿਹੜਾ ਬੰਦਾ ਗੁਣ ਗਾਉਂਦਾ ਰੱਬ ਦੇ, ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਦਾ, ਚਲੋ ਹੁਣ ਕਹਿੰਦੇ ਦਿਮਾਗ ਹੀ ਖੋਲੋ, ਗਿਆਨ ਦੀ ਲੋੜ ਆ, ਜਪ ਦੀ ਲੋੜ ਨਹੀਂ ਹੈ। ਮੈਂ ਇੱਕ ਗੱਲ ਕਹਿ ਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੇ ਸਮੁੱਚੀ ਵਿਚਾਰਧਾਰਾ ਨੂੰ ਦੋ ਗੱਲਾਂ 'ਚ ਕਹਿਣਾ ਹੋਵੇ ਤੇ ਕੀ ਕਹਿ ਸਕਦੇ ਆ ਆਪਾਂ? ਜੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਿੱਥੋਂ ਤੱਕ ਕੋਈ ਮੰਨਦਾ, ਕੋਈ ਰਾਗਮਾਲਾ ਮੰਨਦਾ, ਕੋਈ ਨਹੀਂ ਮੰਨਦਾ, ਆਪੋ ਆਪਣੀ ਮਰਜ਼ੀ। ਮੈਂ ਨਹੀਂ ਇਸ ਚੱਕਰ 'ਚ ਪੈਂਦਾ। ਮੇਰੇ ਕੋਲ ਪਿੱਛੇ ਜੇ ਕੋਈ ਆ ਗਿਆ ਹੈ, ਬਾਬਾ ਜੀ ਰਾਗਮਾਲਾ ਦੇ ਬਾਰੇ ਤੁਹਾਡੀ ਕੀ ਵਿਚਾਰ ਆ? ਮੈਂ ਕਿਹਾ ਕਿੱਥੇ ਲਿਖੀ ਰਾਗਮਾਲਾ? ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ। ਮੈਂ ਕਿਹੜੇ ਪੰਨੇ ਤੇ ਲਿਖੀ ਆ? ਇਹ 1430 ਅੰਗ ਤੇ ਮੈਂ 1429 ਅੰਗ ਬਾਰੇ ਤੇਰੀ ਕੀ ਵਿਚਾਰ ਵਾ? ਤੈਨੂੰ ਤੇਰਾ ਨਹੀਂ ਕੀਤਾ, ਤੂੰ 1430 ਅੰਗ ਤੇ ਚਲ ਗਿਆ ਸਿੱਧਾ ਹੀ। ਇਹ ਵਿਵਾਦਿਤ ਗੱਲਾਂ ਨੇ। ਤੇ ਜਿਹੜੀ ਅੱਜ ਇਸ ਵੇਲੇ ਕੌਮ ਵਿੱਚ ਇਹ ਕੁਛ ਹੋ ਰਿਹਾ ਨਾ, ਇਹ ਸੀਆ ਸੁਨਤ ਵਾਲੀ ਹੋਣੀ ਆ। ਅਜੇ ਤੇ ਅਸੀਂ ਸ਼ਬਦੀ ਵਾਰ ਕਰਦੇ ਆ। ਹੁਣ ਸਿੱਖ ਨੇ ਸਿੱਖ ਨੂੰ ਮਾਰਨਾ ਵਾ। ਇਹ ਖਿਆਲ ਕਰਿਓ, ਇਹ ਲੜਾਈਆਂ ਮੁੱਕਣੀਆਂ ਨਹੀਂ, ਤੇ ਸ਼ੁਰੂ ਹੋਈਆਂ, ਸ਼ਬਦੀ ਵਾਰ ਸ਼ੁਰੂ ਹੋਏ ਨੇ। ਆ ਦਸਮ ਗ੍ਰੰਥ ਜੀ, ਉਹ ਫਲਾਨਾ ਗ੍ਰੰਥ ਜੀ, ਢਮਕੜਾ ਜੀ, ਅਸੀਂ ਉਹਨੂੰ ਮੰਨਦੇ ਆ ਜੀ, ਅਸੀਂ ਗਿਆਨ ਨੂੰ ਮੰਨਦੇ, ਅਸੀਂ ਨਾਮ ਨੂੰ ਮੰਨਦੇ। ਅਜੇ ਤੇ ਸ਼ਬਦੀ ਵਾਰ ਹੋ ਰਹੇ ਆ। ਇਹ ਸੀਆ ਸੁਨੀਆਂ ਵਾਂਗੂ ਗੁਰਦੁਆਰਿਆਂ 'ਚ ਨਾ ਬੰਬ ਚਲਾਉਣੇ ਆ। ਜੇ ਅਜੇ ਵੀ ਕੋਈ ਕੌਮ ਦਾ ਆਗੂ ਅੱਗੇ ਆ ਕੇ ਨਾ ਇਹ ਆ ਜਿਹੜਾ ਜਣਾ ਖਣਾ ਆਪਣੇ ਆਪ 'ਚ ਬਣ ਕੇ ਬਹਿ ਗਿਆ ਫੇਸਬੁੱਕ ਤੇ ਆਪਣੀਆਂ ਵਿਚਾਰਾਂ ਦੱਸੀ ਜਾਂਦਾ, ਜੇ ਅਜੇ ਵੀ ਇਹਨਾਂ ਤੇ ਲਗਾਮ ਨਾ ਲੱਗੀ ਤੇ ਗੁਰਦੁਆਰਿਆਂ 'ਚ ਗੋਲੀਆਂ ਚੱਲਿਆ ਕਰਨੀਆਂ। ਅਸੀਂ ਇਸ ਗ੍ਰੰਥ ਨੂੰ ਨਹੀਂ ਪ੍ਰਕਾਸ਼ ਕਰਨ ਦਿਆਂਗੇ, ਉਹਨੂੰ ਕਰਨ ਦਿਆਂਗੇ। ਇਹ ਹੋਣਾ ਵਿਚਾਰ ਤੋਂ ਬਾਅਦ ਤਲਵਾਰਾਂ ਨਿਕਲਦੀਆਂ ਹੁੰਦੀਆਂ ਨੇ। ਅਜੇ ਤਾਂ ਵਿਚਾਰਾਂ ਹੋ ਰਹੀਆਂ, ਤਲਵਾਰਾਂ ਸ਼ੁਰੂ ਹੋਣੀਆਂ ਵਾ ਜੇ ਸਿੱਖ ਕੌਮ ਦੀਆਂ। ਇਹਨਾਂ ਬਰਬਾਦ ਹੋਣਾ ਹੈ। ਜੇ ਆ ਜਣਾ ਖਣਾ ਫੇਸਬੁੱਕ ਤੇ ਆਪਣੇ ਆਪ ਵਿਦਵਾਨ ਬਣ ਕੇ ਬਹਿ ਗਿਆ ਤੇ ਵਿਵਾਦਿਤ ਗੱਲਾਂ ਰੋਜ਼, ਹੁਣ ਢੱਡਰੀਆਂ ਵਾਲਾ 2 ਘੰਟੇ ਦਾ ਦੀਵਾਨ ਲਾਉਂਦਾ ਤੇ ਵਿਵਾਦਿਤ ਹੀ ਗੱਲਾਂ ਕਰੀ ਜਾਂਦਾ। ਕੋਈ ਗੁਰੂ ਕੀ ਬਾਣੀ ਦੇ ਵੀ ਕੋਈ ਵਿਚਾਰ ਕਰ ਲਓ। ਇੰਨਾ ਸਾਡਾ ਵੱਡਾ 10 ਗੁਰੂਆਂ ਦਾ ਇਤਿਹਾਸ ਆ, ਤੁਹਾਡੇ ਕੋਲ ਹੁਣ ਤਰਕ ਹੀ ਰਹਿ ਗਈ ਸਾਰੀ। ਕੋਈ ਸ਼ਰਮ ਦੀ ਵੀ ਕੋਈ ਹੱਦ ਹੁੰਦੀ? ਬਸ਼ਰਮੀ ਫੜ ਲਈ ਸਾਰੀ ਲੋਕਾਂ ਨੇ। ਛੱਡੋ ਇਹਨਾਂ ਗੱਲਾਂ ਨੂੰ। ਬਸ ਅਸੀਂ ਜਾਂ ਤੇ 15 ਅਗਸਤ ਨੂੰ ਕਾਲੀਆਂ ਝੰਡੀਆਂ ਫੜਨੀਆਂ ਜਾਂ 6 ਜੂਨ ਨੂੰ ਕਾਲੀਆਂ ਝੰਡੀਆਂ ਫੜਨੀਆਂ। ਕੌਮ ਨੂੰ ਕਿੱਥੇ ਬਰਬਾਦ ਕੀਤਾ ਜਾ ਰਿਹਾ? ਇਹ ਕਿਹੜੇ ਪਾਸੇ ਕੌਮ ਨੂੰ ਲੈ ਕੇ ਤੁਰ ਗਏ? ਕੁਛ ਲੋਕ ਨੇ, ਬਹੁਤੇ ਨਹੀਂ ਹੈ। ਇਹ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਛ ਲੋਕ ਨੇ ਜਿਹੜੇ ਇਹ 15 ਅਗਸਤ ਨੂੰ ਕਾਲੀਆਂ ਝੰਡੀਆਂ ਜਾਂ 6 ਜੂਨ ਨੂੰ ਕਾਲੀਆਂ ਝੰਡੀਆਂ ਲੈ ਕੇ ਤੁਰੇ ਫਿਰਦੇ ਨੇ। ਇਹ ਥੋੜ੍ਹਿਆਂ ਹੀ ਆਂਦੇ ਨਾ ਵੀ ਥੋੜੇ ਨਾ ਹੀ ਜ਼ਹਿਰ, ਜੇ ਖੀਰ ਬਣੀ ਹੋਵੇ ਤੇ ਜ਼ਹਿਰ ਥੋੜ੍ਹੀ ਉਹ ਪਾ ਦਈਏ ਤੇ ਤਾਂ ਵੀ ਖੀਰ ਖਰਾਬ ਹੋ ਜਾਂਦੀ ਆ। ਇਹ ਕੌਮ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਕੁਛ ਲੋਕ ਨੇ, ਬਹੁਤੇ ਨਹੀਂ ਹੈ। ਖੈਰ, ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਨੇ ਗੁਣ ਗਾਏ। ਜਿਹੜਾ ਰੱਬ ਦੇ ਗੁਣ ਗਾਉਂਦਾ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਗਿਆਨ ਦੀ ਤਾਂ ਗੱਲ ਹੀ ਨਹੀਂ ਕਹੀ ਮਹਾਰਾਜ ਨੇ, ਗੀਤ ਗਾਉਣ ਦੀ ਬਾਤ ਕਹੀ ਆ। ਗਿਆਨ ਕਥੇ ਸਭ ਕੋਈ, ਕਥ ਕਥ ਬਾਤ ਕਰੇ ਦੁੱਖ ਹੋਈ। ਤੁਸੀਂ ਗਿਆਨ ਰਾਹੀਂ ਝਗੜੇ ਪੈਦਾ ਕਰੋ, ਮਰ ਜਾਓ ਤੇ ਚੰਗੀ ਗੱਲ ਹੈ। ਇਹ ਤੋਂ ਬਿਹਤਰ ਤੁਸੀਂ ਮਾਰੀ ਸਟੇਜਾਂ ਉੱਤੇ ਬੈਠ ਕੇ ਗਿਆਨ ਦੁਆਰਾ ਤੁਸੀਂ ਝਗੜੇ ਪੈਦਾ ਕਰੋ, ਤੁਸੀਂ ਮਾਰੀ ਜਾਓ ਤਾਂ ਬਿਹਤਰ ਹੈ। ਗਿਆਨ ਕਥੇ ਸਭ ਕੋਈ, ਕਥ ਕਥ ਬਾਤ ਕਰੇ। ਤੁਸੀਂ ਝਗੜੇ ਕਰਦੇ ਹੋ ਕਥਾ ਕਰਦਿਆਂ, ਦੁੱਖ ਹੋਈ। ਇਹ ਦੁੱਖ ਭੋਗਣਗੀਆਂ ਆਉਣ ਵਾਲੀਆਂ ਤੁਹਾਡੀਆਂ ਨਸਲਾਂ, ਜੋ ਤੁਸੀਂ ਗੱਲਾਂ ਜ਼ਹਿਰ ਖੋਰ ਰਹੇ ਹੋ ਧਰਤੀ ਉੱਤੇ ਪਾ ਰਹੇ ਹੋ। ਮਹਾਰਾਜ ਕਹਿੰਦੇ ਗੁਣ ਗਾਏ ਲਿਖ ਦੇ। ਜਿਹੜਾ ਰੱਬੀ ਗੁਣ ਗਾਊਗਾ, ਗੁਣ ਗਾਏ ਸੁਣ। ਇੱਕ ਤੇ ਜਿਹੜਾ ਗੁਣ ਗਾਉਂਦਾ ਤੇ ਜਾਂ ਸੁਣਦਾ। ਗੁਣ ਗਾਏ ਸੁਣ ਲਿਖ ਦੇ। ਜਿਹੜਾ 3 ਕੰਮ ਕਰਦਾ ਗੁਰੂ ਅਰਜਨ ਦੇਵ ਕਹਿੰਦੇ, ਰੱਬ ਦੇ ਗੀਤ ਗਾਉਂਦਾ, ਕੀਰਤਨ ਸੁਣਦਾ ਤੇ ਜਾਂ ਗੁਰੂ ਕੀ ਬਾਣੀ ਆਪਣੇ ਹੱਥ ਨਾਲ ਲਿਖਦਾ। ਗੁਣ ਗਾਏ ਸੁਣ ਲਿਖ ਦੇ, ਸੋ ਸਰਬ ਫਲ ਹਰ ਲੈ।
ਉਹਨੂੰ ਸਾਰਿਆਂ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਜਿਹੜਾ 3 ਕੰਮ ਕਰੂ, ਗਾਊ, ਸੁਣੂ ਤੇ ਲਿਖੂ। ਕੁੱਲ ਸਮੂਹ ਕਰਤ ਉਧਾਰ। ਬਾਹਰ ਕਹਿੰਦੇ ਜਿਹੜਾ ਗੁਰੂ ਕੀ ਬਾਣੀ ਲਿਖੂਗਾ, ਗੁਰੂ ਕੀ ਬਾਣੀ ਗਾਏਗਾ, ਗੁਰੂ ਕੀ ਬਾਣੀ ਸੁਣੇਗਾ, ਉਹਦੀਆਂ ਸਾਰੀਆਂ ਕੁਲਾਂ ਦਾ ਪਾਰ ਉਤਾਰਾ ਹੋਊਗਾ। ਇਹ ਲਿਖਿਆ ਗੁਰੂ ਅਰਜਨ ਦੇਵ ਨੇ, ਮੈਂ ਨਹੀਂ ਕਹਿ ਰਿਹਾ। ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ, ਕੁੱਲ ਸਮੂਹ ਕਰਤ ਉਧਾਰ, ਸੰਸਾਰ ਉਤਰ ਸਪਾਰ। ਤੂੰ ਸਿੱਖਾ ਗੁਰੂ ਕੀ ਬਾਣੀ ਲਿਖਣ ਭਾਵਨਾ ਦੇ ਨਾਲ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ। ਤੂੰ ਗੁਰੂ ਕੀ ਬਾਣੀ ਲਿਖਣੀ ਸ਼ੁਰੂ ਕਰ ਦੇ, ਤੂੰ ਸੰਸਾਰ ਸਾਗਰ ਤੋਂ ਤਰ ਜਾਏਗਾ। ਇਹ ਗੁਰੂ ਨੇ ਲਿਖ ਕੇ ਦਿੱਤਾ ਸਾਨੂੰ, ਇਹ ਕਿਸੇ ਵਿਅਕਤੀ ਦੀ ਬਾਤ ਨਹੀਂ ਹੈ, ਇਤਿਹਾਸਕ ਬਾਤ ਨਹੀਂ ਹੈ। ਚਲੋ ਅੱਜ ਕੱਲ੍ਹ ਤੇ ਹੁਣ ਸਮਾਂ ਹੀ ਨਹੀਂ ਰਿਹਾ ਲਿਖਣ ਲੁਖਣ ਦਾ, ਹੁਣ ਤਾਂ ਸਭ ਕੁਝ ਨੈਟ ਤੇ ਹੀ ਹੋ ਗਿਆ। ਪਾਸੇ ਇੱਕ ਤੇ ਉਹ ਲੋਕ ਨੇ ਮਾਰ ਕਹਿੰਦੇ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਜਿਨ ਨਾਮ ਲਿਖਾਇਆ ਸੱਚ। ਤੇ ਦੂਸਰੇ ਪਾਸੇ ਬਾਰੇ ਕਲਮ ਜਲੋ, ਉਹ ਇੱਕ ਤੇ ਕਲਮ ਧਨ ਵਾ। ਹੁਣ ਦੂਸਰੇ ਪਾਸੇ ਜਿਹੜੇ ਰੱਬੀ ਗੀਤ ਨਹੀਂ ਗਾਉਂਦੇ ਲਿਖਦੇ ਤੇ ਦੁਨਿਆਵੀ ਗੀਤ ਟੱਪੇ ਲਿਖਦੇ ਨੇ, ਉਹਨਾਂ ਬਾਰੇ ਵੀ ਗੁਰੂ ਕੀ ਬਾਣੀ 'ਚ ਲਿਖਿਆ ਹੈ। ਬਾਹਰ ਕਹਿੰਦੇ ਕਲਮ ਜਲੋ ਸਣਮ ਸਵਾਣੀ ਹੈ, ਉਹ ਕਲਮ ਸੜ ਜਾਵੇ, ਉਹ ਦਵੈਤ ਵੀ ਸੜ ਜਾਵੇ। ਕਲਮ ਜਲੋ ਸਣਮ ਸਵਾਣੀ ਹੈ, ਕਾਗਦ ਵੀ ਜਲ ਜਾਓ, ਉਹ ਕਾਗਜ਼ ਸੜ ਜਾਵੇ ਤੇ ਲਿਖਣ ਵਾਲਾ ਜਲ ਬਲੋ। ਜਿਨ ਲਿਖਿਆ ਦੂਜਾ ਪਾਓ। ਜਿਨੇ ਇੱਕ ਗੁਰੂ ਕੀ ਬਾਣੀ ਲਿਖਣ ਦੇ ਥਾਂ ਤੇ ਕੋਈ ਹੋਰ ਗੀਤ ਟੱਪੇ ਲਿਖਦਾ, ਮਾਰ ਕਹਿੰਦੇ ਉਹ ਬੰਦਾ ਸੜ ਜਾਵੇ, ਉਹ ਕਾਗਜ਼ ਸੜ ਜਾਵੇ, ਉਹ ਕਲਮ ਸੜ ਜਾਵੇ, ਉਹ ਦਵੈਤ ਸੜ ਜਾਵੇ। ਕਲਮ ਜਲੋ ਸਣਮ ਸਵਾਣੀਏ, ਕਾਗਦ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਤੇ ਜਿਹੜੇ ਗੁਰੂ ਕੀ ਬਾਣੀ ਲਿਖਦੇ ਨੇ ਭਾਈ ਬੱਲੂ ਵਰਗੇ, ਭਾਈ ਗੁਰਦਾਸ ਨੇ ਗੁਰੂ ਅੰਗਦ ਸਾਹਿਬ ਦੇ ਸਨਮੁਖ ਇੱਕ ਸਿੱਖ ਰਹਿੰਦਾ ਸੀ, ਉਹਦਾ ਨਾਂ ਲਿਖਿਆ ਤੇ ਉਹਦਾ ਕਰਮ ਲਿਖਿਆ ਕੀ ਕਰਦਾ ਸੀ। ਪਾਂਦਾ ਬੂਲਾ ਜਾਣੀਏ ਗੁਰਬਾਣੀ ਗਾਏ ਲਖੇਰੀ। ਉਹ ਗੁਰੂ ਕਾ ਸਿੱਖ ਬਾਣੀ ਲਿਖਦਾ ਸੀ ਤੇ ਬਾਣੀ ਗਾਉਂਦਾ ਸੀ, ਤੇ ਇਹਦੇ ਨਾਲ ਹੀ ਪਾਰ ਉਤਾਰਾ ਹੋ ਗਿਆ ਉਹਦਾ। ਤੇ ਆਓ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜਾ ਅੱਜ ਦਾ ਦਿਨ ਵਾ ਉਹਦੇ ਬਾਰੇ ਦੋ ਚਾਰ ਹੁਣ ਗੱਲਾਂ ਕਰੀਏ। ਬੜੇ ਅੱਜ ਮੈਂ ਵੇਖ ਰਿਹਾ ਸੀ ਸਵੇਰੇ ਜਿਹੜਾ ਰਾਮਸਰ ਸਾਹਿਬ ਤੋਂ ਮਹਾਰਾਜ ਦਾ ਪ੍ਰਕਾਸ਼ ਲੈ ਕੇ ਜਾਂਦੇ ਨੇ, ਤੇ ਬੜੇ ਉਤਸ਼ਾਹ ਹੁੰਦੇ ਨੇ ਸੰਗਤਾਂ ਦੇ ਵਿੱਚ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪਿਓ ਦਾਦੇ ਦੇ ਖਜ਼ਾਨੇ ਨੂੰ ਇਕੱਠਿਆਂ ਕੀਤਾ, ਜਿਹੜਾ ਪੋਥੀਆਂ ਦੇ ਰੂਪ ਵਿੱਚ ਸੀ। ਤੇ 2, 2.5, 3 ਸਾਲ ਮਿਹਨਤ, ਸਖਤ ਮਿਹਨਤ ਕਰਕੇ ਗੁਰੂ ਅਰਜਨ ਦੇਵ ਨੇ ਰਾਮਸਰ ਦੀ ਧਰਤੀ ਦੇ ਉੱਤੇ, ਕਿਉਂਕਿ ਦਰਬਾਰ ਸਾਹਿਬ ਤੋਂ ਕੋਈ ਅੱਧਾ ਕਿਲੋ ਪੌਣਾ ਕਿਲੋਮੀਟਰ ਹਟਵਾ ਦੂਰ ਆ ਰਾਮਸਰ, ਇਹ ਜਿਹੜੀਆਂ ਲਿਖਤਾਂ ਹੁੰਦੀਆਂ ਨੇ, ਕਵਿਤਾ ਹੁੰਦੀਆਂ ਨੇ, ਇਕਾਂਤ ਵਿੱਚ ਲਿਖੀਆਂ ਜਾਂਦੀਆਂ ਨੇ, ਇਕਾਂਤ ਵਿੱਚ ਹੀ ਇਹ ਬੋਲੀਆਂ ਜਾਂਦੀਆਂ ਨੇ। ਰੌਲੀ ਵਿੱਚ ਬਾਣੀ ਨਹੀਂ ਕੋਈ ਆਉਂਦੀ ਹੁੰਦੀ। ਕਵੀਆਂ ਨੇ ਆਖਿਆ, ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਕਵੀਆਂ ਨੂੰ, ਕੋਈ ਕਵਿਤਾ ਲਿਖੋ ਤੇ ਸੁਣਾਓ। ਤੇ ਕਵੀ ਕਹਿਣ ਲੱਗੇ, ਮਹਾਰਾਜ ਇੱਥੇ ਰੌਲੀ ਬੜੀ ਪੈਂਦੀ, ਰੌਲੀ 'ਚ ਕਵਿਤਾ ਥੋੜ੍ਹਾ ਕੋਈ ਨਿਕਲਦੀ ਹੁੰਦੀ ਆ। ਹੁਣ ਕਈ ਕਹਿੰਦੇ ਬਾਬਾ ਤੁਸੀਂ ਇਹੋ ਜਿਹੀਆਂ ਗੱਲਾਂ ਕਿੱਥੋਂ ਲੱਭ ਲੈਂਦੇ, ਕਈ ਐਤਵਾਰ ਪ੍ਰੋਗਰਾਮ ਕਰਦੇ, ਕਥਾ ਕਰਦੇ ਉੱਤੇ। ਤੇ ਮੈਂ ਕਿਹਾ ਵਿਹਲੇ ਫਿਰ ਗੱਲਾਂ ਹੀ ਲੱਭਣੀਆਂ ਹੁੰਦੀਆਂ, ਹੋਰ ਕੀ ਲੱਭਣੀਆਂ ਹੁੰਦੀਆਂ ਵਿਹਲਿਆਂ ਨੇ। ਕੱਲਿਆਂ ਬੈਠ ਕੇ ਕੋਈ ਨਾ ਕੋਈ ਗੱਲਾਂ ਲੱਭੀ ਦੀਆਂ, ਉਹ ਫਿਰ ਸੰਗਤਾਂ ਨੂੰ ਸਾਂਝੀਆਂ ਕਰ ਲਈਦੀਆਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ ਕਵੀਆਂ ਨੂੰ, ਕੋਈ ਕਵਿਤਾ ਲਿਖੋ ਤੇ ਸੁਣਾਓ। ਤੇ ਕਵੀ ਕਹਿਣ ਲੱਗੇ ਇੱਥੇ ਰੌਲੀ ਬੜੀ ਪੈਂਦੀ, ਕਵਿਤਾ ਥੋੜ੍ਹਾ ਲਿਖੀ ਜਾ ਸਕਦੀ ਰੌਲੀ ਵਿੱਚ। ਉੱਥੇ ਜਮਨਾ ਦੇ ਕੰਢੇ ਬੈਠੇ ਹੋਏ ਕਹਿਣ ਲੱਗੇ ਜਮਨਾ ਰੌਲੀ ਬੜੀ ਪਾਉਂਦੀ ਆ, ਛਾਂ ਛਾਂ ਕਰਦੀ ਲੰਘਦੀ, ਤੇ ਕਵਿਤਾ ਕੋਈ ਆਉਂਦੀ ਨਹੀਂ ਹੈ। ਅੱਜ ਮਨੁੱਖ ਦੇ ਦਿਮਾਗ ਵਿੱਚ ਬਹੁਤ ਰੌਲਾ ਪੈ ਗਿਆ। ਹੁਣ ਕਈ ਵੀਰ ਸਾਡੇ ਜਦੋਂ ਕੀਰਤਨ ਕਰਦੇ ਆ ਤੇ ਅੱਗੇ ਫੋਨ ਰੱਖ ਲੈਂਦੇ ਆ, ਉਹ ਤੋਂ ਵੇਖ ਕੇ ਕੀਰਤਨ ਕਰਦੇ ਆ। ਉਹ ਨਹੀਂ, ਇਹ ਕੋਈ ਮਰਜ਼ਾਦਾ ਥੋੜ੍ਹਾ ਭਾਈ ਕੀਰਤਨ ਵੇਖ ਕੇ ਕਰੋ, ਤੁਸੀਂ ਬਾਣੀ ਨੂੰ ਕੰਠ ਕਰੋ। ਗੁਰੂ ਕੀ ਬਾਣੀ ਆ ਪੁਰਾਣੇ ਇੱਕ ਗੁਰਸਿੱਖਾਂ ਦੀ ਧਾਰਨਾ ਸੀ ਕਿ ਪੈਸਾ ਗੰਢ ਤੇ ਬਾਣੀ ਕੰਠ। ਜਿਹੜਾ ਪੈਸਾ ਤੁਹਾਡੇ ਕੋਲ ਉਹੀ ਤੁਹਾਡਾ, ਜਿਹੜਾ ਤੁਹਾਡੇ ਕੋਲ ਨਹੀਂ ਗਾ ਉਹ ਤੁਹਾਡਾ ਕਿੱਦਾਂ ਹੋ ਸਕਦਾ। ਤੇ ਜਿਹੜੀ ਤੁਹਾਨੂੰ ਬਾਣੀ ਕੰਠ ਉਹੀ ਤੁਹਾਡੇ ਕੋਲ ਬਾਣੀ, ਬਾਕੀ ਤੁਹਾਡਾ ਕੀ ਮਤਲਬ ਹੈਗਾ ਹੈ।
ਉਹ ਫਿਰ ਜਦੋਂ ਕਹਿਣ ਲੱਗੇ ਇੱਥੇ ਰੌਲੀ ਬੜੀ ਪੈਂਦੀ, ਜਮਨਾ ਰੌਲੀ ਪਾਉਂਦੀ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਹੁਣ ਨਹੀਂ ਰੌਲੀ ਪਾਇਆ ਕਰੂਗੀ। ਜਿਹੜੇ ਕਹਿੰਦੇ ਨੇ ਕਰਾਮਾਤਾਂ ਨਹੀਂ ਹੁੰਦੀਆਂ, ਉਹਨਾਂ ਬੇਵਕੂਫਾਂ ਨੂੰ ਉਹ ਪੌਂਟਾ ਸਾਹਿਬ ਜਾ ਕੇ ਵੇਖ ਲੈਣਾ ਚਾਹੀਦਾ। ਬੇਵਕੂਫਾਂ ਨੂੰ ਪਿੱਛੋਂ ਵੀ ਰੌਲੀ ਪਾਉਂਦੀ ਆਉਂਦੀ ਜਮਨਾ, ਅੱਗੇ ਵੀ ਰੌਲੀ ਪਾਉਂਦੀ ਆ, ਤੇ ਵੀ ਹੁਣ ਇੱਥੇ ਨਹੀਂ ਰੌਲੀ ਪਾਊਗੀ, ਉਹ ਅਜੇ ਤੱਕ ਚੁੱਪ ਕਰਕੇ ਤੁਰੀ ਜਾਣਦਾ ਹੀ ਆ। ਬੇਵਕੂਫਾਂ ਨੂੰ ਕਹਿੰਦੇ ਕਰਾਮਾਤ ਨਹੀਂ ਕੋਈ ਹੁੰਦੀ। ਬੇਵਕੂਫੀ ਦੀ ਵੀ ਕੋਈ ਹੱਦ ਹੁੰਦੀ ਭਾਈ, ਤੁਸੀਂ ਤਾਂ ਹੱਦਾਂ ਹੀ ਟੱਪ ਗਏ ਬੇਵਕੂਫੀ ਦੀਆਂ। ਜੇ ਗੁਰੂ ਕੋ ਕਰਾਮਾਤ ਨਹੀਂ ਆ, ਉਹ ਗੁਰੂ ਕਾਹਦਾ ਹੈ ਭਾਈ? ਪੂਰੀ ਹੋਈ ਕਰਾਮਾਤ। ਖੈਰ ਆਪਾਂ ਇਸ ਪਾਸੇ ਨਾ ਜਾਈਏ। ਉਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਹਰਮੰਦਰ ਸਾਹਿਬ ਤੋਂ 8 ਕਿਲੋਮੀਟਰ ਤੇ ਇਕਾਂਤ ਜਗ੍ਹਾ ਲੱਭੀ ਇੱਕ ਬੇਰੀ, ਤੇ ਬੇਰੀ ਦੇ ਥੱਲੇ ਮਰ ਸੱਚੇ ਪਾਤਸ਼ਾਹ ਨੇ ਆਪਣਾ ਤੰਬੂ ਲਵਾਇਆ, ਤੇ ਲਾਗੇ ਛੋਟਾ ਜਿਹਾ ਇੱਕ ਸਰੋਵਰ ਬਣਾਇਆ। ਤੇ ਉਸ ਸਮੇਂ ਲੋੜਾਂ ਹੁੰਦੀਆਂ ਸੀ ਇਹਨਾਂ ਸਰੋਵਰਾਂ ਦੀਆਂ, ਪਾਣੀ ਦੀਆਂ। ਉਦੋਂ ਖੂਹ ਵੀ ਨਹੀਂ ਸੀ ਹੁੰਦੇ, ਨਲਕੇ ਵੀ ਨਹੀਂ ਸੀ ਹੁੰਦੇ, ਮੋਟਰਾਂ ਵੀ ਨਹੀਂ ਹੁੰਦੇ ਸੀ। ਸਰੋਵਰ ਫਿਰ ਖੂਹਾਂ ਵਾਸਤੇ, ਆਪਣਾ ਪਾਣੀ ਵਾਸਤੇ ਸਰੋਵਰ ਬਣਾਏ ਜਾਂਦੇ ਸੀ। ਉਸ ਸਰੋਵਰ ਦੇ ਕੰਢੇ ਬੇਰੀ ਥੱਲੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬੜੀ ਤਰਤੀਬ ਦੇ ਨਾਲ, ਵੇਖੋ ਬਾਣੀ ਦੀ ਕੈਸੀ ਤਰਤੀਬ ਆ, ਕਿਹੜਾ ਰਾਗ ਕਿੱਥੇ ਰੱਖਣਾ ਹੈ, ਕਿਹੜਾ ਸ਼ਲੋਕ ਕਿੱਥੇ ਲਿਖਣਾ ਹੈ। ਪੋਥੀਆਂ ਤੇ ਪਹਿਲਾਂ ਲਿਖੀਆਂ ਸੀ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ ਆਪਣੀ ਬਾਣੀ ਆਪ ਲਿਖੀ, ਗੁਰੂ ਅਮਰਦਾਸ ਨੇ ਆਪਣੀ ਬਾਣੀ ਆਪ ਲਿਖੀ। ਉਹ ਵੱਖ-ਵੱਖ ਪੋਥੀਆਂ ਜਿਹੜੀਆਂ ਸੀ, ਇੱਕ ਹੋਰ ਇਤਿਹਾਸ ਦਾ ਦੁਖਾਂਤ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਖਤ ਮਿਹਨਤ ਕਰਕੇ ਪੋਥੀਆਂ ਲਿਖੀਆਂ ਸੀ, ਉਹਨਾਂ ਵਿੱਚੋਂ ਸਾਡੇ ਕੋਲ ਇੱਕ ਅੱਖਰ ਵੀ ਨਹੀਂ ਹੈ ਨਹੀਂ ਹੋਣਾ ਇਸ ਵੇਲੇ। ਇਹ ਸਾਡੀਆਂ ਅਸੀਂ ਲੜਨ ਤੇ ਮਰਨ ਦੇ ਪਿੱਛੇ ਤੁਰ ਗਏ, ਆਪਣਾ ਧਰਮ ਨੂੰ ਅਸੀਂ ਬਚਾਇਆ ਹੀ ਨਹੀਂ। ਹੁਣ ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀ ਸਭ ਕੁਝ, ਤੇ ਉਹਨਾਂ ਵਿੱਚੋਂ ਕੋਈ ਸਾਨੂੰ ਇੱਕ ਸ਼ਲੋਕ ਵੀ ਨਹੀਂ ਉਹਨਾਂ ਦੀ ਕਲਮ ਨਾਲ ਲਿਖਿਆ ਮਿਲਦਾ। ਕਿੱਥੇ ਗਏ ਉਹ? ਕਿੱਥੇ ਆਓ? ਹੈ ਹੀ ਨਹੀਂ। ਉਹ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੇਖੋ ਕਿੱਡੀ ਤਰਤੀਬ ਦਿੱਤੀ ਹੋਈ ਬਾਣੀ ਨੂੰ। ਸ਼ਲੋਕ ਕਿੱਥੇ, ਮਹੱਲੇ ਕਿੱਥੇ, ਪੌੜੀਆਂ ਕਿੱਥੇ, ਸੋਰਠੇ ਕਿੱਥੇ, ਛੰਦ ਕਿੱਥੇ, ਭਗਤਾਂ ਦੀ ਬਾਣੀ ਕਿੱਥੇ, ਗੁਰੂਆਂ ਦੀ ਬਾਣੀ ਨੂੰ ਕਿਵੇਂ ਤਰਤੀਬ ਦੇਣੀ ਆ, ਕਿਹੜਾ ਰਾਗ ਕਿੱਥੇ ਰੱਖਣਾ ਹੈ, ਕਿਹੜੇ ਰਾਗ ਵਿੱਚ ਕਿਹੜਾ ਰਾਗ ਮਿਸ਼ਰਤ ਕਰਨਾ ਹੈ। ਜਿੱਦਾਂ ਅਸੀਂ ਪੜ੍ਹਦੇ ਨਾ ਕਿ ਰਾਗ ਗੌੜੀ ਦੀਪ ਕੀ, ਹੁਣ ਗੌੜੀ 9 ਪ੍ਰਕਾਰ ਦੀ ਗੌੜੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਆ। ਗੌੜੀ ਮਾਲਾ, ਗੌੜੀ ਪੂਰਬੀ, ਗੌੜੀ ਦੱਖਣੀ। ਅਸੀਂ ਪੜ੍ਹਦੇ ਗੌੜੀ ਦੀਪ ਕੀ, 16 ਰਾਗ ਗੌੜੀ ਦੀਪ ਕੀ। ਦੀਪਕ ਰਾਗ ਜਿਹੜਾ ਉਹ ਗਰਮ ਰਾਗ ਹੈ, ਗੌੜੀ ਰਾਗ ਜਿਹੜਾ ਬੜਾ ਠੰਡਾ ਰਾਗ ਹੈ। ਤੇ ਗੁਰੂ ਅਰਜਨ ਦੇਵ ਨੇ ਦੋਵਾਂ ਰਾਗਾਂ ਨੂੰ ਮਿਲਾ ਦਿੱਤਾ। ਸਿੱਧਾ ਦੀਪਕ ਨਹੀਂ ਗਾਇਆ ਜਾ ਸਕਦਾ। ਅਗਰ ਤੁਸੀਂ ਨਿਰਾ ਦੀਪਕ ਗਾਓਗੇ ਨਾ ਤੇ ਉਹ ਜਲਣ ਪੈਦਾ ਕਰਦਾ, ਸਾੜਾ ਪੈਦਾ ਕਰਦਾ। ਤੇ ਗੌੜੀ ਰਾਗ ਠੰਡਾ ਰਾਗ ਹੈ, ਤੇ ਗੁਰੂ ਅਰਜਨ ਦੇਵ ਨੇ ਲਿਖਤਾ ਗੌੜੀ ਦੀਪਕੀ। ਠੰਡਾ ਤੇ ਗਰਮ ਦੋਵੇਂ ਰਾਗ ਇਕੱਠੇ ਕਰ ਦਿੱਤੇ ਗੁਰੂ ਅਰਜਨ ਦੇਵ ਜੀ ਨੇ। ਰਾਗ ਦੇ ਧਨੀ ਸਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ। ਉਸ ਪਾਵਨ ਪਵਿੱਤਰ ਧਰਤੀ ਉੱਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬੜੀ ਸਖਤ ਮਿਹਨਤ ਕਰਕੇ ਸਵੇਰੇ ਸੰਗਤ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦਾਂ ਸੰਗਤ ਵਿੱਚੋਂ ਵਿਹਲਿਆਂ ਹੋ ਕੇ ਗੁਰੂ ਅਰਜਨ ਦੇਵ ਨੇ ਭਾਈ ਗੁਰਦਾਸ ਜੀ ਨੂੰ ਨਾਲ ਲੈਣਾ। ਮੈਂ ਉਦੋਂ ਨੂੰ ਕਿਹਾ ਸੀ, 10 ਗੁਰੂ ਬੈਠ ਕੇ ਸੰਗਤ ਵਿੱਚ ਆਸਾ ਦੀ ਵਾਰ ਸੁਣਦੇ ਰਹੇ। ਅੱਜ ਦਾ ਸਿੱਖ ਸੁਣਦਾ ਹੀ ਨਹੀਂ ਹੈ। ਭਾਈ ਇਕੱਲਾ ਹੀ ਵਿਚਾਰਾ ਗੁਰਦੁਆਰੇ ਬੈਠਾ, ਕੋਈ ਜਪਜੀ ਸਾਹਿਬ ਦਾ ਪਾਠ ਨਹੀਂ ਸੁਣ ਆਉਂਦਾ ਸਿੱਖ। ਪਤਾ ਨਹੀਂ ਕਿੱਧਰ ਨੂੰ ਰੁੜ ਗਿਆ ਸਿੱਖ, ਅੱਜ ਦਾ ਕਿਹੜੇ ਪਾਸੇ ਤੁਰ ਗਿਆ ਏ। ਉੱਦਾਂ ਬੜੇ ਅਸੀਂ ਕਿਰਪਾਨਾਂ ਫੜ ਕੇ ਤੁਰੇ ਫਿਰਦੇ ਹਾਂ, ਝੰਡੀਆਂ ਫੜ ਕੇ ਤੁਰੇ ਫਿਰਦੇ, ਗੁਰਦੁਆਰੇ ਕੋਈ ਵੜਦਾ ਹੀ ਨਹੀਂ। ਸੜਕਾਂ ਦੇ ਬੜੇ ਤੁਰੇ ਫਿਰਦੇ ਨੇ, ਜਾਂ ਸੜਕਾਂ ਦੇ ਲੰਗਰ ਲਾਉਣ ਵਾਲੇ ਬੜੇ ਮਿਲ ਜਾਣਗੇ, ਜਾਂ ਸੜਕਾਂ ਦੇ ਝੰਡੀਆਂ ਫੜ ਕੇ ਤੁਹਾਨੂੰ ਬੜੇ ਤੁਰੇ ਫਿਰਦੇ ਮਿਲ ਜਾਣਗੇ। ਇਹਨਾਂ ਦੇ ਰੁਜ਼ਗਾਰ ਨੇ। ਇਹ ਜਿਹੜੀਆਂ ਕਾਲੀਆਂ ਝੰਡੀਆਂ ਲੈ ਕੇ ਨਾ ਫਿਰਨ ਤੇ ਇਹਨਾਂ ਨੂੰ ਫੰਡ ਕਿੱਥੋਂ ਆਊਗਾ? ਇਹ ਰੋਟੀ ਕਿਵੇਂ ਖਾਣਗੇ? ਕੌਮ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਕੁਛ ਲੋਕ ਨੇ, ਸਾਰੇ ਨਹੀਂ। ਉਹ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉੱਥੇ ਕੋਈ 2.5-3 ਸਾਲ ਸਖਤ ਮਿਹਨਤ ਕਰਕੇ ਉਹ ਇੱਕ ਗ੍ਰੰਥ ਤਿਆਰ ਕੀਤਾ ਜਿਹਨੂੰ ਅਸੀਂ ਪੋਥੀ ਸਾਹਿਬ ਕਹਿੰਦੇ ਆ। ਤੇ ਆਓ ਇਤਿਹਾਸ ਵਿੱਚ ਲਿਖਿਆ ਵੀ ਅੱਜ ਦੇ ਦਿਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਸ ਸਥਾਨ ਤੋਂ ਫਿਰ ਪੋਥੀ ਸਾਹਿਬ ਲਿਆਣ ਕੇ ਕਿਵੇਂ ਪ੍ਰਕਾਸ਼ਮਾਨ ਕੀਤਾ। ਇਤਿਹਾਸ ਦੇ 2-4 ਬੋਲ ਨੇ। ਰਾਮ ਸਾਰ ਚੱਲ ਮਗ ਸੁਦਾ ਸਰ ਆਵੇ,
ਉਹ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਸ ਗ੍ਰੰਥ ਸਾਹਿਬ ਨੂੰ ਬਾਬਾ ਬੁੱਢਾ ਜੀ ਦੇ ਸਿਰ ਤੇ ਰੱਖਿਆ। ਜਿਹੜਾ ਪੋਥੀ ਸਾਹਿਬ ਸੀ ਨਾ, ਉਹ ਬੜੇ ਵੱਡੇ ਆਕਾਰ ਦਾ ਸੀ, ਹੁਣ ਤੇ ਛੋਟੇ ਛੋਟੇ ਗ੍ਰੰਥ ਸਾਹਿਬ ਬਣ ਗਏ ਨੇ। ਜੋ ਇਤਿਹਾਸ ਕੋਈ ਕਹਿੰਦਾ ਭਾਈ ਗੁਰਦਾਸ ਦੇ ਸਿਰ ਤੇ ਰੱਖਿਆ ਸੀ, ਕੋਈ ਕਹਿੰਦਾ ਬਾਬਾ ਬੁੱਢਾ ਜੀ। ਚਲੋ ਕੋਈ, ਦੋਵੇਂ ਬਰਾਬਰੀ ਨੇ, ਦੋਵੇਂ ਬ੍ਰਹਮ ਗਿਆਨੀ ਨੇ। ਇੱਕ ਹੋਰ ਗੱਲ ਮੈਂ ਕਹਿ ਦਿਆਂ, ਗੱਲਾਂ ਤੇ ਬੜੀਆਂ ਕਹਿਣ ਵਾਲੀਆਂ ਸੱਜੇ ਸੱਜੇ ਸਾਰੀਆਂ ਕਹਿਣੀਆਂ ਪੈਣੀਆਂ ਵਾ, ਇਹਦਾ ਗੱਲ ਬਣਨੀ ਨਹੀਂ ਹੈ। ਕੋਈ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਬਾਬਾ ਬੁੱਢਾ ਨਹੀਂ ਬਣ ਸਕਦਾ। ਇਹ ਬਾਬੇ ਬੁੱਢੇ ਵਾਲੀ ਗੱਦੀ ਆ। ਇਹਦਾ ਮਤਲਬ ਜਿਹੜਾ ਇੱਥੇ ਬਹਿ ਗਿਆ, ਕੁਰਸੀ ਤੇ ਬਹਿ ਗਿਆ, ਕੋਈ ਚਪੜਾਸੀ, ਕੋਈ ਛੋਟਾ ਕੰਮ ਹਸਪਤਾਲ ਦਾ ਡਾਕਟਰ ਦੀ ਕੁਰਸੀ ਤੇ ਬਹਿ ਜੇ ਤੇ ਉਹ ਡਾਕਟਰ ਬਣ ਜਾਂਦਾ ਹੁੰਦਾ। ਇਹ ਸਿੰਘ ਸਾਹਿਬ ਹੈ ਬਾਬਾ ਬੁੱਢਾ ਜੀ ਵਾਲੀ ਗੱਦੀ ਤੇ ਬੈਠੇ ਬੜੇ ਮਹਾਨ ਨੇ। ਉਹ ਗੱਦੀਆਂ ਤੇ ਬਹਿ ਕੇ ਕੋਈ ਮਹਾਨ ਨਹੀਂ ਬਣਦਾ ਹੁੰਦਾ। ਆਪਣੀ ਔਕਾਤ ਤਾਂ ਵੇਖੋ ਇਹਨਾਂ ਦੀ ਕੀ ਹੈ। ਰਾਗੀ ਵਿਚਾਰੇ ਫੇਰ ਕੱਲ ਦੇ ਨੈਟ ਤੇ ਆਪਣੀ ਵੀਡੀਓ ਪਾ ਦਿੱਤੀ ਵੀ ਅਕਾਲ ਤਖਤ ਨੇ ਵੀ ਨਹੀਂ ਸਾਡੀ ਨਹੀਂ ਸੁਣੀ। ਜਿੱਥੇ ਜਗਤਾਰ ਸਿੰਘ ਨਹੀਂ ਨਾ ਸਾਡੀ ਸੁਣਦਾ, ਉੱਥੇ ਉਹ ਜਿਹੜਾ ਪਹਾੜੇ ਦਾ ਹਰਪ੍ਰੀਤ ਸਿੰਘ ਬਿਠਾ ਦਿੱਤਾ ਇਹਨਾਂ ਸ਼੍ਰੋਮਣੀ ਕਮੇਟੀ ਨੇ, ਉਹ ਵੀ ਨਹੀਂ ਸੁਣਦਾ ਹੈ। ਉਹ ਜਿਹੜਾ ਸ਼੍ਰੋਮਣੀ ਕਮੇਟੀ ਅਧੀਨ ਹੋ ਕੇ ਅਕਾਲ ਤਖਤ ਦਾ ਜਥੇਦਾਰ ਕੰਮ ਕਰਦਾ ਹੈ, ਉਹ ਤੁਹਾਡੀ ਫਰਿਆਦ ਕਿਵੇਂ ਸੁਣ ਲੂਗਾ? ਕੀ ਆਸ ਰੱਖ ਤੁਸੀਂ? ਉਹ ਕੀ ਉਹਨਾਂ ਨੇ ਵਰਤ ਰਹੇ ਨੇ ਹਰਪ੍ਰੀਤ ਨੂੰ, ਸ਼੍ਰੋਮਣੀ ਕਮੇਟੀ? ਜਿੱਦਣ ਜੀ ਕੀਤਾ ਉਹਨਾਂ ਨੇ ਤੋੜ ਦੇਣਾ ਘਰ ਨੂੰ। ਜਾ ਤੂੰ, ਤੇਰਾ ਕੀ ਮਤਲਬ ਹੈਗਾ ਤਖਤ ਤੇ ਬਹਿਣ ਦਾ? ਇਹਨਾਂ ਦੀ ਕੀ ਔਕਾਤ ਲੋਕਾਂ ਦੀ? ਮੈਂ ਉਦੋਂ ਕਿਹਾ ਤਾਨਾਸ਼ਾਹੀ ਦਰਬਾਰ ਸਾਹਿਬ ਦੇ ਅੰਦਰ ਕੀਤੀ ਹੋਈ ਇਹਨਾਂ ਲੋਕਾਂ ਨੇ। ਜਗਤਾਰ ਸਿੰਘ ਨੇ ਫਰਿਆਦ ਨਹੀਂ ਸੁਣੀ ਰਾਗੀਆਂ ਦੀ। ਉਹ ਅਕਾਲ ਤਖਤ ਤੇ ਚਲ ਗਏ, ਚਿੱਠੀ ਦਿੱਤੀ ਨੂੰ 20 ਦਿਨ ਹੋ ਗਏ। ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਨੇ ਉਹਨਾਂ ਦੀ ਵੀ ਨਹੀਂ ਸੁਣੀ, ਅਨਸੁਣੀ ਕਰ ਦਿੱਤੀ ਹੈ। ਜੇ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਕੋ ਗਏ, ਉਹ ਕਹਿੰਦੇ ਤੁਹਾਡਾ ਮਸਲਾ ਤੇ ਅਕਾਲ ਤਖਤ ਤੇ ਚਲ ਗਿਆ। ਤੇ ਇਹਨਾਂ ਨੂੰ ਪੁੱਛੋ ਅਕਾਲ ਤਖਤ ਤੁਹਾਂ ਹੀ ਬਣਾਇਆ, ਉਹ ਜਥੇਦਾਰ ਤੁਹਾਂ ਹੀ ਬਣਾਇਆ, ਉਹ ਤੁਹਾਡੇ ਤੋਂ ਬਾਹਰ ਤਾਂ ਨਹੀਂ ਗਾ। ਜਿੱਥੇ ਮਰਜ਼ੀ ਵਰਤ ਲਓ ਉਹਨੂੰ, ਤੁਸੀਂ ਵਰਤਦੇ ਹੀ ਹੋ। ਖੈਰ, ਅਰਜਨ ਦੇ ਸੱਚੇ ਪਾਤਸ਼ਾਹ ਬਾਬਾ ਬੁੱਢਾ ਕੇ ਚੱਲ ਕੇ ਮੈਂ ਕਰਦਾ ਖਲਾਸਾ ਇਹ ਗ੍ਰੰਥੀਆਂ ਦਾ। ਬਾਬਾ ਬੁੱਢਾ ਜੀ ਵਾਲਾ ਵੀ ਰਾਮਸਾਰ ਚੱਲ ਮੱਗ ਸੁਦਾ ਸਰ ਆਵੇ। ਉਹ ਗੁਰੂ ਅਰਜਨ ਦੇਵ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਬੁੱਢਾ ਜੀ ਦੇ ਸਿਰ ਤੇ ਰੱਖ ਕੇ ਤੇ ਭਾਈ ਗੁਰਦਾਸ ਜੀ ਚੌਰ ਪਏ ਕਰਦੇ ਨੇ ਤੇ ਗੁਰੂ ਅਰਜਨ ਦੇ ਸੰਗਤਾਂ ਦੇ ਵਿੱਚ ਬਾਣ ਸ਼ਬਦ ਪੜ੍ਹਦੇ ਆ ਰਹੇ ਨੇ। ਊਚ ਸੁਰਾ ਗੁਰ ਸ਼ਬਦ ਸੋ ਗਾਵੇ। ਗੁਰੂ ਅਰਜਨ ਦੇਵ ਬੜੀ ਉੱਚੀ ਸੁਰ ਦੇ ਵਿੱਚ ਸ਼ਬਦ ਨੂੰ ਗਾਉਂਦੇ ਨੇ ਤੇ ਸੰਗਤਾਂ ਮਗਰ ਮਗਰ ਗਾ ਰਹੀਆਂ ਨੇ। ਕਿਉਂਕਿ ਗੁਰੂ ਅਰਜਨ ਦੇਵ ਚਲੋ ਮਹਾਂਪੁਰਖ ਤੇ ਸਦਾ ਹੀ ਪ੍ਰਸੰਨ ਚਿੱਤ ਰਹਿੰਦੇ ਨੇ। ਅਨੰਦੋ ਨੰਦ ਕਣਾ ਮੈਂ ਸੁਪ੍ਰਭ ਡੀਠਾ ਰਾਮ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ। ਗੁਰੂ ਮਹਾਂਪੁਰਖ ਤੇ ਸਦਾ ਹੀ ਪ੍ਰਸੰਨ ਰਹਿੰਦੇ ਨੇ। ਪਰ ਅੱਜ ਗੁਰੂ ਅਰਜਨ ਦੇਵ ਦੇ ਚਿਹਰੇ ਉੱਤੇ ਕੋਈ ਨਵਾਂ ਹੀ ਚਾਅ ਆ। ਏਡਾ ਵੱਡਾ ਖਜ਼ਾਨਾ ਗੁਰੂ ਅਰਜਨ ਦੇਵ ਨੇ ਸਾਂਭਿਆ ਤੇ ਖੁਸ਼ੀ ਹੋਵੇ ਕਿਉਂ ਨਾ। ਪਿਓ ਦਾਦੇ ਦਾ ਏਡਾ ਕੀਮਤੀ ਖਜ਼ਾਨਾ ਜਿਹੜਾ ਪੋਥੀਆਂ ਦੇ ਰੂਪ ਵਿੱਚ ਪਿਆ ਸੀ, ਕੁਛ ਲੋਕ ਉਹਦੇ ਵਿੱਚ ਮਿਲਾਵਟ ਵੀ ਕਰਨ ਲੱਗ ਪਏ ਸੀ ਤੇ ਗੁਰੂ ਅਰਜਨ ਦੇਵ ਨੇ ਉਹ ਸਾਂਭ ਲਿਆ। ਤੇ ਬੜਾ ਚਾਅ ਆ ਸੱਚੇ ਪਾਤਸ਼ਾਹ ਨੂੰ, ਤੇ ਚਾਅ ਦੇ ਵਿੱਚ ਉੱਚੇ ਸੁਰ ਸ਼ਬਦ ਸੋ ਗਾਵੇ। ਗੁਰੂ ਅਰਜਨ ਦੇਵ ਸੰਗਤਾਂ ਰਾਮਸਰ ਤੋਂ ਚੱਲ ਕੇ ਆ ਰਹੀਆਂ ਨੇ ਹਰਿਮੰਦਰ ਸਾਹਿਬ ਨੂੰ। ਇੱਥੇ ਸੱਤਾ ਬਲਵੰਡਾ ਜੀ ਕੀਰਤਨ ਕਰ ਰਹੇ ਨੇ। ਅੱਜ ਵੀ ਉਹੀ ਮਰਜ਼ਾਦਾ ਹੈ, ਕੀਰਤਨ ਪਹਿਲੋਂ ਸ਼ੁਰੂ ਹੋ ਜਾਂਦਾ ਹੈ ਤੇ ਮਹਾਰਾਜ ਦਾ ਸਰੂਪ ਬਾਅਦ ਆਉਂਦਾ ਹੈ। ਇਹ ਮੱਸਿਆ ਵਾਲੇ ਦਿਨ ਗੁਰੂ ਅਰਜਨ ਦੇਵ ਨੇ ਸੱਤੇ ਬਲਵੰਡ ਜੀ ਨੂੰ ਆਖਿਆ ਤੁਸੀਂ ਕੀਰਤਨ ਕਰੋ ਤੇ ਅਸੀਂ ਰਾਮਸਰ ਦੀ ਧਰਤੀ ਤੋਂ ਗ੍ਰੰਥ ਸਾਹਿਬ ਲੈ ਕੇ ਆਉਨੇ ਆ ਤੇ ਪ੍ਰਕਾਸ਼ ਕਰਨਾ ਹੈ। ਅੱਜ ਉਹੀ ਮਰਜ਼ਾਦਾ ਹੁਣ ਕੀਰਤਨ ਪਹਿਲੋਂ ਰੂਪ ਸ਼ੁਰੂ ਹੋ ਜਾਂਦਾ। ਵੇਖ ਲਓ ਜਿੰਨੇ ਵੀ ਦੁਨੀਆ ਤੇ ਸਾਡੇ ਗੁਰਦੁਆਰੇ ਨੇ ਇਤਿਹਾਸਕ ਨੇ ਤੇ ਸਾਰਿਆਂ ਤੇ ਪ੍ਰਕਾਸ਼ ਪਹਿਲੋਂ ਹੁੰਦਾ ਤੇ ਫਿਰ ਕੀਰਤਨ ਆਰੰਭ ਹੁੰਦਾ ਹੈ। ਪਰ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਕੀਰਤਨ ਪਹਿਲੋਂ ਆਰੰਭ ਹੁੰਦਾ ਤੇ ਫਿਰ ਪ੍ਰਕਾਸ਼ ਹੁੰਦਾ ਹੈ। ਅੱਧੀ ਆਸਾ ਦੀ ਵਾਰ ਰਾਗੀ ਗਾ ਲੈਂਦੇ ਨੇ ਤੇ ਫਿਰ ਅੱਗੇ ਚੱਲਦੇ ਨੇ, ਪ੍ਰਕਾਸ਼ ਹੁੰਦਾ ਹੈ। ਸ਼ਬਦ ਗੁਰੂ ਪ੍ਰਕਾਸ਼ਿਓ ਰਸਨ ਵਸਾਇਓ। ਉਹ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਚੀ ਸੁਰ ਦੇ ਵਿੱਚ ਗਾਉਂਦੇ ਆ ਰਹੇ ਨੇ। ਕੀ ਗਾ ਰਹੇ ਨੇ? ਹਮ ਕਰ ਸਾਜਨ ਆਏ
ਸੱਚ ਮੇਲ ਮਿਲਾਏ। ਬੜੀ ਅੱਜ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ ਅੱਜ ਵਾ, ਜਦੋਂ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਲੱਗੇ ਨੇ। ਆਣ ਹਰਮੰਜੀ ਸਾਜੇ, ਉਹ ਫਿਰ ਜਿਹੜੇ ਪਹਿਲੋਂ ਮੰਜੀ ਡਾਈ ਸੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਤਿਆਰੀ ਕਰਕੇ ਗਏ ਸਨ। ਜਿੱਦਾਂ ਅੱਜ ਵੀ ਤਿਆਰੀ ਪਹਿਲੋਂ ਹੋ ਜਾਂਦੀ ਹੈ ਤੇ ਮੁੜ ਕੇ ਸਰੂਪ ਆਉਂਦਾ ਹੈ, ਇਹ ਮਰਜ਼ਾਦਾ ਗੁਰੂ ਅਰਜਨ ਦੇਵ ਵਾਲੀ ਹੈ। ਆਣ ਹਰਮੰਦਰ ਮੰਜੀ ਸਾਜੇ, ਉਹ ਬਾਬਾ ਬੁੱਢਾ ਜੀ ਨੇ ਆਪਣੇ ਸਿਰ ਤੋਂ ਲਾ ਕੇ ਮਹਾਰਾਜ ਦਾ ਰੱਖ ਕੇ ਸਰੂਪ ਮੰਜੀ ਤੇ ਰੱਖ ਦਿੱਤਾ ਲਾ ਕੇ। ਸ਼੍ਰੀ ਸਤਿਗੁਰ ਜੀ ਭੂਮ ਬਰਾਜੇ, ਜਿੱਥੇ ਅੱਗੇ ਗੁਰੂ ਅਰਜਨ ਦੇਵ ਜੀ ਮੰਜੀ ਤੇ ਬਹਿੰਦੇ ਹੁੰਦੇ ਸਨ, ਮੰਜੀ ਬੈਠ ਕੀ ਅਵਤਾਰਾ। ਇਹ ਤਖਤ ਤਾਂ ਛੇਵੇਂ ਪਾਤਸ਼ਾਹ ਤੋਂ ਆਰੰਭ ਹੋਇਆ, ਪਹਿਲੋਂ ਮੰਜੀਆਂ ਤੇ ਗੁਰੂ ਬਹਿੰਦੇ ਰਹੇ ਨੇ। ਫਿਰ ਆਇਆ ਬਾਬਾ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀ ਅਵਤਾਰਾ। ਪੰਜਵੇਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਤੱਕ ਮੰਜੀ ਚੱਲੀ ਹੈ, ਤੇ ਛੇਵੇਂ ਪਾਤਸ਼ਾਹ ਨੇ ਆਖਿਆ ਮੰਜੀ ਨਹੀਂ, ਹੁਣ ਤਖਤ ਚੱਲੇਗਾ। ਤਖਤਾਂ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਬਣੇ। ਉਹ ਆਣ ਹਰਮੰਦਰ ਮੰਜੀ ਸਾਜੇ, ਸ਼੍ਰੀ ਗੁਰੂ ਭੂਮ ਬਰਾਜੇ। ਉਹ ਗੁਰੂ ਅਰਜਨ ਦੇਵ ਉਸ ਮੰਜੀ ਦੇ ਲਾਗੇ ਪੁੰਜੇ ਬਹਿ ਗਏ ਨੇ। ਅੱਜ ਵੀ ਹਰਮੰਦਰ ਸਾਹਿਬ ਦੀ ਮਰਜ਼ਾਦਾ ਤੁਸੀਂ ਉੱਥੇ ਪਾਲਕੀ ਨਹੀਂ ਬਣਾ ਸਕਦੇ, ਉੱਥੇ ਹਰਮੰਦਰ ਸਾਹਿਬ ਅੰਦਰ ਤੁਸੀਂ ਥੜਾ ਨਹੀਂ ਬਣਾ ਸਕਦੇ, ਉਹ ਬਰਾਬਰ। ਤੇ ਜਦੋਂ ਗੁਰੂ ਅਰਜਨ ਦੇਵ ਜੀ ਬੈਠ ਗਏ ਨੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਬੁੱਢਾ ਜੀ ਨੇ ਰੱਖ ਦਿੱਤਾ ਤੇ ਹੁਕਮ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਬੁੱਢਾ ਸਾਹਿਬ ਖੋਲੋ ਗ੍ਰੰਥ। ਕਹਿਣ ਲੱਗੇ ਬਾਬਾ ਬੁੱਢਾ ਜੀ ਇਸ ਗ੍ਰੰਥ ਸਾਹਿਬ ਨੂੰ, ਪੋਥੀ ਸਾਹਿਬ ਨੂੰ ਖੋਲੋ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ਾਂ। ਜਿਹਨੂੰ ਅਸੀਂ ਹੁਕਮਨਾਮਾ ਕਹਿੰਦੇ ਆ ਨਾ, ਅੱਜ ਵੀ ਨਿਹੰਗ ਸਿੰਘ ਕਈ ਕਹਿੰਦੇ ਨੇ ਆਵਾਜ਼ਾਂ ਲੈ ਲਈਏ ਮਹਾਰਾਜ ਦੇ ਕੋਲੋਂ। ਵਾਕ ਕਹਿ ਲਓ, ਆਵਾਜ਼ਾਂ ਲੈ ਲਓ, ਹੁਕਮ ਕਹਿ ਲਓ, ਇੱਕ ਹੀ ਅਰਥ ਰੱਖਦਾ ਹੈ, ਬੋਲੀਆਂ ਨੇ ਵੱਖੋ ਵੱਖਰੀਆਂ। ਬੁੱਢਾ ਸਾਹਿਬ ਖੋਲੋ ਗ੍ਰੰਥਾ, ਲਿਓ ਆਵਾਜ਼ਾਂ। ਆਵਾਜ਼ ਲਿਓ, ਜਿਹਨੂੰ ਇਹਨੇ ਹੁਕਮਨਾਮਾ ਕਹਿੰਦੇ। ਸੁਣੇ ਸਭ ਪੰਥ, ਇਹ ਜਿਹੜੀ ਸੰਗਤਾਂ ਬੈਠੀਆਂ ਨੇ ਇਹ ਸੁਣਨਾ ਚਾਹੁੰਦੀਆਂ ਨੇ, ਤੇ ਬਾਬਾ ਬੁੱਢਾ ਜੀ ਤੁਸੀਂ ਖੋਲੋ ਗ੍ਰੰਥ ਤੇ ਲਿਓ ਆਵਾਜ਼। ਤੇ ਅਦਬ ਸਾਹਿਬ ਤਬ ਗ੍ਰੰਥ ਕੋ ਖੋਲਾ, ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਖੋਲਿਆ ਗਿਆ। ਪਹਿਲੀ ਵਾਰੀ ਭਾਦੋਂ ਸੁਦੀ 1 ਨੂੰ, ਅੱਜ ਦੇ ਦਿਨ ਭਾਦੋਂ ਦੀ ਮੱਸਿਆ ਵਾਲੇ ਦਿਨ, ਜਾਨੀ ਕਿ ਦੁਨੀਆ ਸਿੱਖ ਨੇ ਬੜੇ ਬੜੇ ਮਹਾਰਾਜ ਦਾ ਸਤਿਕਾਰ ਕਰਨ ਵਾਲੇ ਸੰਪਰਦਾਵਾਂ ਨੇ, ਪਰ ਜਿਹੜਾ ਸਤਿਕਾਰ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਹੀ ਨਹੀਂ ਹੈ। ਕੋਈ ਟਕਸਾਲ, ਕੋਈ ਬਾਬਾ, ਕੋਈ ਨਹੀਂ ਕਰ ਸਕਦਾ ਉਹਨਾਂ ਸਤਿਕਾਰ ਜਿੰਨਾ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੁੰਦਾ ਹੈ। 5 ਜਾਣੇ ਲੱਗੇ ਹੁੰਦੇ ਪ੍ਰਕਾਸ਼ ਕਰਨ ਵਾਸਤੇ, ਇੱਥੇ ਇਕੱਲਾ ਵਿਚਾਰਾ ਗ੍ਰੰਥੀ ਲੱਗਾ ਹੁੰਦਾ ਪਿੰਡ ਦੇ ਗੁਰਦੁਆਰਿਆਂ 'ਚ। ਕੋਈ ਸਿੱਖ ਹੀ ਨਹੀਂ ਆਉਂਦਾ, ਪਤਾ ਨਹੀਂ ਕੀ ਹੋ ਗਿਆ ਸਿੱਖਾਂ ਨੂੰ। ਅਦਬ ਸਾਹਿਬ ਤਬ ਗ੍ਰੰਥ ਕੋ ਖੋਲਾ, ਬੜੇ ਸਤਿਕਾਰ ਦੇ ਨਾਲ ਅੱਜ ਵੀ ਤੁਸੀਂ ਦੇਖਦੇ ਹੋ। ਹੁਣ ਤੇ ਤੁਸੀਂ ਟੀਵੀ ਤੇ ਰੋਜ਼ ਦੇਖ ਲੈਂਦੇ ਹੋ ਕਿ ਪੰਜ ਬੰਦੇ ਲੱਗੇ ਹੁੰਦੇ ਗੁਰੂ ਗ੍ਰੰਥ ਸਾਹਿਬ ਦਾ ਖੋਲਣ ਵਾਸਤੇ, ਪ੍ਰਕਾਸ਼ ਕਰਨ ਵਾਸਤੇ। ਲੈ ਆਵਾਜ਼ਾਂ ਬੁੱਢਾ ਬੋਲਾ, ਆ ਬੁੱਢਾ ਬੋਲਣ ਲੱਗਾ ਜੇ, 98 ਸਾਲ ਦਾ ਬੁੱਢਾ। ਹੋਰ ਤੇ 58 60 ਸਾਲ ਤੋਂ ਪਹਿਲਾਂ ਉੱਥੋਂ ਬੁੱਢਿਆਂ ਨੂੰ ਕੱਢ ਦਿੱਤਾ ਜਾਂਦਾ। ਮੈਂ ਉਦੋਂ ਵੀ ਕਿਹਾ ਸੀ, ਇਹ ਸਿੱਖ ਧਰਮ ਮੁਲਾਜ਼ਮਾਂ ਦਾ ਧਰਮ ਨਹੀਂ ਆ, ਇਹ ਮਰ ਜੀਵੜਿਆਂ ਦਾ, ਸਿੱਖਾਂ ਦਾ ਧਰਮ ਸੀ। ਤੁਸੀਂ ਮੁਲਾਜ਼ਮਾਂ ਦੇ ਹੱਥਾਂ ਵਿੱਚ ਦੇ ਦਿੱਤਾ। ਹੁਣ ਕੀ ਆਸ ਰੱਖਦੇ ਹੋ ਧਰਮ ਦੀ? ਤੁਸੀਂ ਜਿਹੜੇ ਸੇਵਾ ਕਰਨ ਵਾਲੀ ਭਾਵਨਾ ਰੱਖਣ ਵਾਲੇ ਲੋਕ ਸੀ, ਉਹ ਡੇਰਿਆਂ ਤੇ ਤੁਰ ਗਏ, ਉਹ ਦੇਹਧਾਰੀ ਗੁਰੂ ਨੂੰ ਮੰਨਣ ਲੱਗ ਪਏ, ਤੇ ਤੁਸੀਂ ਇਤਿਹਾਸਕ ਸਥਾਨਾਂ ਉੱਤੇ ਮੁਲਾਜ਼ਮ ਰੱਖ ਦਿੱਤੇ। ਮੁਲਾਜ਼ਮਾਂ ਕੋ ਕਾਹਦੀ ਧਰਮ ਦੀ ਆਸ ਹੁੰਦੀ ਹੈ? ਉਹ ਫਿਰ ਬਾਬਾ ਬੁੱਢਾ ਜੀ ਨੇ ਜਦੋਂ ਆਵਾਜ਼ ਲਈ, ਲੈ ਆਵਾਜ਼ਾਂ ਬੁੱਢਾ ਬੋਲਾ, ਤੇ ਪਹਿਲਾ ਹੁਕਮਨਾਮਾ ਆਇਆ, ਸੂਹੀ ਮਹੱਲਾ ਪੰਜਵਾਂ।
ਸੰਤਾਂ ਕੇ ਕਾਰਜ ਆਪ ਖਲੋਇਆ। ਇਹ ਬਾਬਾ ਬੁੱਢਾ ਜੀ ਨੇ ਪਹਿਲਾ ਆਵਾਜ਼ਾ ਦਿੱਤਾ ਹਰਮੰਦਰ ਸਾਹਿਬ ਦੇ ਅੰਦਰੋਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਹ ਸੰਤਾਂ ਦੇ ਕਾਰਜ ਤਾਂ ਰੱਬ ਕਰਦਾ। ਇਹ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਹੁਕਮ ਆ ਧਰਤੀ ਉੱਤੇ। ਉਸ ਹਰਮੰਦਰ ਸਾਹਿਬ ਦੇ ਵਿੱਚੋਂ ਪਹਿਲਾ ਆਵਾਜ਼ਾ ਆਇਆ, ਪਹਿਲਾ ਹੁਕਮ ਹਰਮੰਦਰ ਸਾਹਿਬ ਚੋਂ ਆਵਾਜ਼ਾ ਆਇਆ। ਕਿਹੜਾ? ਵੀ ਸੰਤਾਂ ਕੇ ਕਾਰਜ ਆਪ ਖਲੋਇਆ। ਜਿਹੜਾ ਉਹਦੇ ਨਾਲ ਪਿਆਰ ਕਰਦਾ ਹੈ ਉਹਦੀਆਂ ਛੱਪੜੀਆਂ ਬਣਦਾ ਹੈ, ਉਹਦੀਆਂ ਮੱਝੀਆਂ ਵੀ ਚਾਰਦਾ। ਕਈ ਕਹਿੰਦੇ ਨੇ, ਕਹਿੰਦੇ ਜੱਟ ਨੇ ਇਹ ਰੱਬ ਨੂੰ ਮੱਝੀਆਂ ਚਾਰਨ ਲਾ ਦਿੱਤਾ ਜੀ, ਖੂਹ ਵੀ ਗੋਲ ਗੇੜਦਾ ਰਿਹਾ ਸੀ ਜੱਟ। ਉਦੋਂ ਬਾਹਰ ਮੁੜ ਕੇ ਕਿ ਜੱਟ ਨੂੰ ਮਿਲਿਆ ਨਹੀਂ ਗਾ ਰੱਬ। ਉਹ ਕਹਿੰਦਾ ਇਹ ਤੇ ਮੈਨੂੰ ਮੱਝੀਆਂ ਚਾਰ ਲਾ ਦਿੰਦਾ। ਉਹ ਮੁੜ ਕੇ ਮਿਲਿਆ ਹੀ ਨਹੀਂ ਕਿਸੇ ਜੱਟ ਨੂੰ, ਉਹ ਧੰਨੇ ਨੂੰ ਮਿਲਿਆ। ਉਹ ਤੋਂ ਬਾਅਦ ਡਰ ਹੀ ਗਿਆ, ਜਾਂ ਖਣੀ ਰੱਬ ਵੀ ਡਰ ਗਿਆ। ਉੱਦਾਂ ਤਾਂ ਕਹਿੰਦੇ ਨਿਰਭਉ ਆ ਰੱਬ, ਪਰ ਧੰਨੇ ਨੂੰ ਮਿਲਣ ਤੋਂ ਬਾਅਦ ਮੁੜ ਕੇ ਨਹੀਂ ਕਿਸੇ ਜੱਟ ਨੂੰ ਮਿਲਿਆ। ਉਹ ਇੰਨੇ ਕੰਮ ਤੇ ਭਈਆ ਵੀ ਨਹੀਂ ਕਰਦਾ ਜਿੰਨੇ ਧੰਨੇ ਨੇ ਆਖਿਆ ਰੱਬਾ ਮੇਰੇ ਕਰੀ ਜਾ। ਸਵੇਰੇ ਉੱਠ ਕੇ ਪਹਿਲੋਂ ਖੂਹ ਵਾਹ, ਮੁੜ ਕੇ ਪੱਠੇ ਵੱਢ, ਫਿਰ ਮੱਝੀਆਂ ਚਾਰ, ਫਿਰ ਖੇਤੀ ਬੀਜ, ਖੇਤੀ ਵੱਢ। ਇਹ ਸਾਰੇ ਕੰਮ ਭਈਏ ਵੀ ਨਹੀਂ ਕਰਦੇ ਤੇ ਜੱਟ ਨੇ ਰੱਬ ਨੂੰ ਕਰਨ ਤੇ ਲਾ ਦਿੱਤਾ। ਖੈਰ ਇਸ ਤੇ ਐਵੇਂ ਹਾਸੇ ਵਾਲੀਆਂ ਗੱਲਾਂ ਨੇ ਭਾਈ। ਨਾਮਦੇਵ ਦੀ ਛੱਪੜੀ ਬਣਾਈ, ਨਾਮਦੇਵਾ ਦੀ ਗਊ ਜਿੰਦੀ ਕੀਤੀ। ਉਹ ਜੋ ਗੁਰ ਦਿਓ ਤਾਂ ਛੱਪਰ ਛਾਈ, ਜੋ ਗੁਰ ਦਿਓ ਤਾਂ ਸੇਜਾ ਨਿਕਸ਼ਾਈ। ਮੰਜਾ ਰੋੜ ਦਿੱਤਾ, ਬਾਦਸ਼ਾਹ ਨੇ ਮੰਜਾ ਦੇ ਦਿੱਤਾ, ਨਾਮਦੇਵ ਨੇ ਮੰਜਾ ਰੋੜ ਦਿੱਤਾ। ਉਹ ਵੀ ਰੱਬ ਨੇ ਮੁੜ ਕੇ ਕੱਢਿਆ ਪਾਣੀ ਵਿੱਚੋਂ। ਸੰਤਾਂ ਦੇ ਕਾਰਜ ਆਪ ਖਲੋਇਆ। ਉਹ ਫਿਰ ਗੁਰੂ ਬਾਬਾ ਬੁੱਢਾ ਜੀ ਨੇ ਜਦੋਂ ਆਵਾਜ਼ਾ ਲਿਆ, ਸੁਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਪਹਿਲਾ ਹੁਕਮਨਾਮਾ ਦਰਬਾਰ ਸਾਹਿਬ ਦੇ ਅੰਦਰੋਂ ਹੋਇਆ ਤੇ ਮੁੜ ਕੇ ਫਿਰ ਦੀ ਵਾਰ ਸ਼ੁਰੂ ਕਰ ਦਿੱਤੀ, ਜਿਹੜੀ ਰਹਿ ਗਈ ਸੀ 12 ਪੌੜੀਆਂ। ਤੇ ਆਸਾ ਦੀ ਵਾਰ ਦੀ ਭੋਗ ਪਿਆ। ਤੇ ਅੱਜ ਭਾਈ ਗੁਰਦਾਸ ਜੀ ਨੇ ਕਹਿੰਦੇ ਨੇ ਸੰਗਤ ਵਿੱਚ ਖਲੋ ਕੇ ਅਰਦਾਸ ਕੀਤੀ। ਉਹ ਕਿਹੜੀ ਅਰਦਾਸ ਸੀ ਇਹ ਨਹੀਂ ਹੁਣ ਪਤਾ। ਇਹ ਜਿਹੜਾ ਅਸੀਂ ਕਹਿੰਦੇ ਪ੍ਰਥਮ ਭਗਉਤੀ ਸ਼੍ਰੀ ਭਗਉਤੀ ਜੀ ਸਹਾਏ, ਵਾਰ ਸ਼੍ਰੀ ਭਗਉਤੀ ਜੀ। ਉਹ ਸਿੱਖੋ ਤੁਸੀਂ ਦੁਰਗਾ ਨੂੰ ਮੰਨਦੇ ਹੋ, ਇਹ ਤਿੰਨੇ ਨਾਂ ਦੁਰਗਾ ਦੇ ਨੇ। ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਉਤੀ ਜੀ ਸਹਾਏ, ਦੁਰਗਾ ਸਾਡੀ ਸਹਾਇਤਾ ਕਰੇ। ਵਾਰ ਸ਼੍ਰੀ ਦੁਰਗਾ ਕੀ, ਇਹ ਦੁਰਗਾ ਦੀ ਵਾਰ ਵਾ। ਤੇ ਪ੍ਰਥਮ ਭਗਉਤੀ, ਪਹਿਲਾਂ ਦੁਰਗਾ ਨੂੰ ਸਿਮਰ ਲਓ, ਫਿਰ ਬਾਬੇ ਨਾਨਕ ਨੂੰ ਸਿਮਰ ਲਓ। ਇਹ ਤਾਂ ਅਸੀਂ 1932 ਵਿੱਚ ਪੈਦਾ ਕੀਤੀ। ਇਹ ਪਹਿਲਾਂ ਥੋੜੀ ਹੁੰਦੀ ਸੀ ਅਰਦਾਸ। ਪਹਿਲੋਂ ਕੇਵਲ ਗੁਰੂਆਂ ਦੇ ਨਾਂ ਲੈ ਜਾਂਦੇ ਸੀ, 4 ਗੁਰੂਆਂ ਦੇ ਨਾਂ ਲੈ ਕੇ, 5 ਦੇ ਨਾਂ ਲੈ ਕੇ ਤੇ ਸਮਾਪਤੀ ਕਰ ਦੇਣੀ। ਇੰਨਾ ਵੀ ਲਿਖਿਆ। ਉਹ ਫਿਰ ਜਦੋਂ ਅਰਦਾਸ ਤੋਂ ਬਾਅਦ ਗੁਰੂ ਅਰਜਨ ਦੇਵ ਵਿਹਲੇ ਹੋ ਗਏ ਤੇ ਬੈਠੇ ਨੇ ਬਾਹਰ ਪ੍ਰਕਰਮਾਂ 'ਚ। ਤੇ ਸਿੱਖਾਂ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜਦ ਅਜੀਬ ਹੀ ਨਜ਼ਾਰਾ ਦੇਖ ਲਿਆ। ਅੱਗੇ ਤੁਹਾਡੇ ਅੱਗੇ ਮੱਥਾ ਟੇਕਦੇ ਸੀ, ਤੁਹਾਨੂੰ ਤੁਹਾਡੇ ਅੱਗੇ ਅਰਦਾਸ ਕਰਦੇ ਸੀ। ਅੱਜ ਤੁਸੀਂ ਇੱਕ ਗ੍ਰੰਥ ਰੱਖ ਦਿੱਤਾ ਹਰਮੰਦਰ ਸਾਹਿਬ ਵਿੱਚ, ਉਹਦੇ ਅੱਗੇ ਮੱਥਾ ਟੇਕਿਆ ਗਿਆ, ਉਹਦੇ ਅੱਗੇ ਅਰਦਾਸ ਕੀਤੀ। ਕੇ ਬਿਦ ਪੋਥੀ ਰਚੀ ਸਿੱਖਣ ਕਈ ਅਰਦਾਸ। ਕਹਿਣ ਲੱਗੇ ਮਹਾਰਾਜ ਤੁਸੀਂ ਇਹ ਪੋਥੀ ਦੀ ਰਚਨਾ ਕਿਉਂ ਕਰ ਦਿੱਤੀ ਆ? ਮਮ ਦਾਸਣ ਕੇ ਸਤਿਗੁਰ ਹੋ, ਪਾਪ ਕੱਟੇ ਦਰਸ਼ਨ ਜਾਸ। ਤੁਹਾਡਾ ਦਰਸ਼ਨ ਕੀਤਿਆਂ ਪਾਪ ਕੱਟੇ ਜਾਂਦੇ ਨੇ ਸਾਡੇ। ਤੁਸੀਂ ਸਤਿਗੁਰੂ ਹੋ ਤੇ ਅੱਜ ਉਹ ਪੋਥੀ ਸਾਹਿਬ ਰੱਖ ਦਿੱਤਾ ਹਰਮੰਦਰ ਸਾਹਿਬ ਵਿੱਚ। ਇਹ ਕਿਉਂ ਕੀਤਾ ਤੁਸੀਂ? ਤੇ ਸਾਹਿਬ ਨੇ ਉੱਥੇ ਉਹਨਾਂ ਨੂੰ ਕਿਹਾ, ਪ੍ਰਥਮੇ ਬਾਬੇ ਰਚਿਓ ਪੰਥ। ਪੰਥ ਤਾਂ ਚੱਲਦੇ ਨੇ ਜੇ ਗ੍ਰੰਥ ਹੋਣ। ਜੇ ਗ੍ਰੰਥ ਨਾ ਹੋਵੇ ਤੇ ਪੰਥ ਨਹੀਂ ਚੱਲਦਾ। ਤੇ ਜੇ ਪੰਥ ਨਾ, ਇਹ ਵੀ ਗੱਲ ਹੋਰ ਜੇ ਵੀ ਜੇ ਪੰਥ ਨਾ ਹੋਵੇ ਤੇ ਫਿਰ ਗ੍ਰੰਥ ਨੂੰ ਨਹੀਂ ਕੋਈ ਸਾਂਭਦਾ। ਉਹ ਜਿੱਦਾਂ ਉਹ ਕੁੱਪ ਦੇ ਮੈਦਾਨ ਵਿੱਚ ਜਦੋਂ ਬਹੁਤ 35,000 ਸਿੱਖ ਸ਼ਹੀਦ ਹੋ ਗਿਆ ਤੇ ਕੁਝ ਸਿੰਘਾਂ ਨੇ ਇਕੱਠਿਆਂ ਹੋ ਕੇ ਤੇ ਗੁਰੂ ਗੋਬਿੰਦ ਸਿੰਘ ਨੂੰ ਮਿਹਣਾ ਮਾਰਿਆ।
ਲਾਮਾ ਦਿੱਤਾ ਕਹਿ ਲਓ। ਭਗਤ ਦਿੰਦੇ ਰਹੇ ਨੇ ਲਾਮੇ, ਐਸੀ ਕੋਈ ਬਾਤ ਨਹੀਂ ਆ। ਜਿੱਥੇ ਪਿਆਰ ਹੋਵੇ ਉੱਥੇ ਉਹਨਾਂ ਨੂੰ ਲਾਮੇ ਵੀ ਦਿੱਤੇ ਜਾ ਸਕਦੇ ਨੇ। ਲਾਮਾ ਉੱਥੇ ਹੁੰਦਾ ਜਿੱਥੇ ਪਿਆਰ ਹੋਵੇ, ਜਿੱਥੇ ਪਿਆਰ ਨਹੀਂ ਉੱਥੇ ਲਾਮਾ ਕਿਵੇਂ ਤੁਸੀਂ ਮਾਰੋਗੇ। ਭਗਤਾਂ ਨੇ ਤੇ ਸਿੱਖਾਂ ਨੇ ਗੁਰੂ ਨੂੰ ਲਾਮੇ ਮਾਰੇ ਹੋਏ ਨੇ। ਤੇ ਸਿੰਘਾਂ ਨੇ ਇਕੱਠਿਆਂ ਹੋ ਕੇ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੂੰ ਆਖਿਆ, ਜੇ ਪੰਥ ਕੀ ਰਹੇਗੀ, ਅੱਜ ਸੱਚੇ ਪਾਤਸ਼ਾਹ ਤੇਰਾ ਪੰਥ ਖਤਮ ਹੋ ਚੱਲਿਆ। 35,000 ਬੰਦਾ ਇੱਥੇ ਪਿਆ ਸ਼ਹੀਦ ਹੋਇਆ ਤੇ ਪੰਥ ਦੀ ਗਿਣਤੀ ਜਿਹਦੇ ਚ 35,000 ਇੱਕ ਦਿਨ ਹੀ ਖਤਮ ਹੋ ਗਿਆ। ਜੇ रहेगी ग्रंथ जी ना रहेगी ग्रंथ की, जो पंथ ना रहा ते ग्रंथ नू कौन मानेगा। गुरु गोबिंद सिंह सच्चे पातशाह जे पंथ रह बच गया ते तां ग्रंथ बचना वा। जे पंथ की रहेगी तो रहेगी ग्रंथ जी नाथ, जो पंथ ना रहा ते ग्रंथ कौन मानेगा तुहाडा। ਉਹ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਪ੍ਰਥਮੇ ਬਾਬੇ ਰਚਿਓ ਪੰਥਾ। ਗੁਰੂ ਨਾਨਕ ਸਾਹਿਬ ਨੇ ਇੱਕ ਪੰਥ ਚਲਾਇਆ ਸੀ ਤੇ ਉਹਨੂੰ ਪੰਥ ਨੂੰ ਚਲਾਉਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਕਲਮ ਨਾਲ ਗ੍ਰੰਥ ਰਚਿਆ ਵਾ। ਪ੍ਰਥਮੇ ਬਾਬੇ ਰਚਿਓ ਪੰਥ, ਤਿਸ ਕਾਰਨ ਅਬ ਕੀਜੇ ਗ੍ਰੰਥ। ਇਹ ਗ੍ਰੰਥ ਸਾਹਿਬ ਦੀ ਮਾਨਤਾ ਹੈ ਭਾਈ। ਤੇ ਬਾਬਾ ਬੁੱਢਾ ਜੀ ਵਾਲੀ ਮੈਂ ਗੱਲ ਕਹਿ, ਵਿਚਾਰੇ ਸਾਡੇ ਕਹਿੰਦੇ ਵੀ ਅਸੀਂ ਬਾਬਾ ਬੁੱਢਾ ਜੀ ਵਾਲੀ ਪਦਵੀ ਤੇ ਬੈਠੇ ਹੋਏ ਆ। ਨਹੀਂ ਭਾਈ, ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ। ਇਹ ਥੋੜਾ ਗ੍ਰੰਥੀ ਬਣ ਗਿਆ ਤੇ ਉਹ ਬਾਬਾ ਬੁੱਢਾ ਹੀ ਬਣ ਗਿਆ। ਬਾਬਾ ਬੁੱਢਾ ਬਣਨਾ ਤੇ ਪਹਿਲਾਂ ਸੇਵਾ ਕਰੋ। ਕਰਤਾਰਪੁਰ ਦੀ ਧਰਮਸ਼ਾਲਾ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਬਣਾਈ ਆ। ਤੁਸੀਂ ਤੇ ਕਦੀ ਏਟਮ ਨਹੀਂ ਚੁੱਕ ਕੇ ਇੱਧਰ ਰੱਖੀ ਗੁਰਦੁਆਰੇ ਦੀ ਤੇ ਤੁਸੀਂ ਕਹਿੰਦੇ ਅਸੀਂ ਬਾਬੇ। ਮੈਂ ਤਾਂ ਉਦੋਂ ਵੀ ਕਿਹਾ ਸੀ, ਗੁਰੂ ਬਾਬਾ ਬੁੱਢਾ ਜੀ ਨੇ ਮੁੜ ਕੇ ਕਰਤਾਰਪੁਰ ਸਾਹਿਬ ਤੋਂ ਬਾਅਦ ਖਡੂਰ ਸਾਹਿਬ ਸੇਵਾ ਕੀਤੀ ਸੰਗਤ ਦੀ। ਹਰਮੰਦਰ ਸਾਹਿਬ ਦਾ ਟੱਪ ਲਗਾ ਤੇ ਬਾਬਾ ਬੁੱਢਾ ਜੀ ਟੋਕਰੀਆਂ ਢੋਂਦੇ ਰਹੇ। ਮੁੜ ਕੇ ਬੀੜ ਬਾਬਾ ਬੁੱਢਾ ਸਾਹਿਬ ਜਾ ਕੇ ਬਾਬਾ ਬੁੱਢਾ ਜੀ ਰੰਬੇ ਦੇ ਨਾਲ ਘਾਹ ਖੋਦਦੇ ਰਹੇ, ਮੱਝੀਆਂ ਚਾਰਦੇ ਰਹੇ। ਤੇ ਜਿੱਦਣ ਆਖਿਆ ਵੀ ਇਹ ਗੱਦੀ ਕਿਹਨੂੰ ਦਵੇ, ਗ੍ਰੰਥ ਵਾ ਤੇ ਗ੍ਰੰਥ ਦੀ ਗੱਦੀ ਹੈ ਉਹ ਗ੍ਰੰਥੀ ਨੂੰ ਮਿਲਣੀ ਹੈ। ਗੱਦੀ ਕਿਹਨੂੰ ਦਿੱਤੀ ਜਾਵੇ ਤੇ ਜਿਹਦੀ 70 ਸਾਲ ਦੀ ਘਾਲਣਾ ਸੀ ਗੁਰੂ ਘਰ ਵਾਸਤੇ, ਉਹ ਵਿਅਕਤੀ ਚੁਣਿਆ ਗਿਆ। ਉਹ ਬਾਬਾ ਬੁੱਢਾ ਜੀ ਜਿੱਥੇ ਆਪਣੇ ਸਿਰ ਤੇ ਟੋਕਰੀਆਂ ਢੋਂਦੇ ਰਹੇ, ਹੱਥ ਵਿੱਚ ਰੰਬਾ ਫੜ ਕੇ ਘਾਹ ਖੋਤਦੇ ਰਹੇ, ਹੱਥ ਵਿੱਚ ਡੰਡਾ ਫੜ ਕੇ ਮੱਝੀਆਂ ਚਾਰਦੇ ਰਹੇ। ਤੇ ਜਦੋਂ ਕੋਈ ਮੁਸ਼ਕਲ ਬਣੀ ਤੇ ਗੁਰੂ ਬਾਬਾ ਬੁੱਢਾ ਜੀ ਹੱਥ ਵਿੱਚ ਝੰਡਾ ਫੜਿਆ, ਕੱਲੇ ਡੰਡਾ ਨਹੀਂ ਫੜਿਆ, ਝੰਡਾ ਫੜਿਆ ਤੇ ਝੰਡਾ ਫੜ ਕੇ ਪਿੰਡ ਪਿੰਡ ਗਏ। ਇਹ ਕਹਿੰਦੇ ਸੀ, ਸਿੰਘ ਸਾਹਿਬਾਂ ਤੁਸੀਂ ਤੇ ਪੰਜਾਬ ਦੇ ਇੱਕ ਪਿੰਡ ਵਿੱਚ ਵੀ ਨਹੀਂ ਆਏ, ਤੁਹਾਨੂੰ ਕੌਣ ਸਿੰਘ ਸਾਹਿਬ ਕਹਿ ਰਿਹਾ। ਤੁਸੀਂ ਗ੍ਰੰਥੀ ਬਣ ਗਏ ਹੋ, ਦਰਬਾਰ ਸਾਹਿਬ ਦੇ 100 ਸਿਫਾਰਸ਼ਾਂ ਲਾ ਕੇ ਤੇ ਤੁਸੀਂ ਰੱਬ ਬਣ ਕੇ ਤੇ ਉੱਥੇ ਤਾਨਾਸ਼ਾਹੀ ਕਰਦੇ ਹੋ। ਬਾਬਾ ਬੁੱਢਾ ਜੀ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ 'ਚ ਕੈਦ ਹੋ ਗਏ ਤੇ ਸਿੱਖ ਸੰਗਤਾਂ ਦੇ ਹੌਸਲੇ ਜਿਹੜੇ ਸੀ ਉਹ ਟੁੱਟ ਗਏ ਤੇ ਬਾਬਾ ਬੁੱਢਾ ਜੀ ਨੇ ਝੰਡਾ ਹੱਥ ਵਿੱਚ ਫੜਿਆ। ਇਹ ਜਿਹੜੀਆਂ ਤੁਸੀਂ ਅੱਜ ਚੌਂਕੀਆਂ ਵੇਖਦੇ ਹੋ ਨਾ ਦਰਬਾਰ ਸਾਹਿਬ ਨੂੰ ਜਾਂਦੀਆਂ ਮੱਸਿਆ ਤੇ ਸੰਗਰਾਮ ਤੇ, ਇਹ ਬਾਬਾ ਬੁੱਢਾ ਜੀ ਦੀ ਦੇਣ ਵਾ। ਪਿੰਡ ਪਿੰਡ ਘਰ ਘਰ ਗਏ ਬਾਬਾ ਬੁੱਢਾ ਜੀ। ਇਹ ਜਿਹੜੇ ਆਪਣੇ ਆਪ ਨੂੰ ਸਿੰਘ ਸਾਹਿਬ ਖਾ ਰਹੇ, ਇੱਕ ਪਿੰਡ ਵਿੱਚ ਨਹੀਂ ਗਏ ਪੰਜਾਬ ਦੇ, ਕਦੀ ਗਰੀਬ ਸਿੱਖ ਦੇ ਘਰ ਨਹੀਂ ਗਏ, ਕਦੀ ਨੂੰ ਕਿਸੇ ਕਿਤੇ ਜਾ ਕੇ ਨਾ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ। ਸਿਕਿਉਰਿਟੀ ਵਿੱਚ ਘਰੋਂ ਤੁਰ ਕੇ ਆਉਂਦੇ ਨੇ, ਬਹਿ ਕੇ ਦਰਬਾਰ ਸਾਹਿਬ, ਫਿਰ ਸਿਕਿਉਰਿਟੀਆਂ ਦੇ ਵਿੱਚ ਘਰਾਂ ਨੂੰ ਜਾ ਵੜਦੇ ਨੇ। ਇਹ ਸਿੰਘ ਸਾਹਿਬ ਨੇ। ਤੁਸੀਂ ਗੁਰੂ ਕੇ ਦੇਣਦਾਰ ਹੋ, ਤੁਸੀਂ ਤੁਹਾਨੂੰ ਤਨਖਾਹ ਸ਼੍ਰੋਮਣੀ ਕਮੇਟੀ ਨਹੀਂ ਦਿੰਦੀ, ਤੁਸੀਂ ਤਨਖਾਹ ਲੈਂਦੇ ਹੋ ਸੰਗਤ ਦੀ ਗੋਲਕ ਵਿੱਚੋਂ। ਗੁਰਸਿੱਖਾਂ ਦੀ ਕਿਰਤ ਬਿਰਤ ਦੀ ਪੈਸਾ ਤੁਸੀਂ ਘਰਾਂ ਨੂੰ ਖੜਦੇ ਹੋ ਤੇ ਆਪਣਾ ਫਰਜ਼ ਨਿਭਾਓ। ਤੁਸੀਂ ਤੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਬੈਠੇ ਸੜੇ ਹੋ ਪਏ ਹੋ, ਉੱਥੇ ਬੈਠੇ ਗਾਲਾਂ ਕੱਢਦੇ ਹੋ ਗ੍ਰੰਥੀਆਂ ਰਾਗੀਆਂ ਨੂੰ। ਤੁਸੀਂ ਕੈਸੇ ਤੁਸੀਂ ਸਿੰਘ ਸਾਹਿਬ ਹੋ। ਉਹ ਬਾਬਾ ਬੁੱਢਾ ਜੀ ਝੰਡਾ ਫੜ ਲਿਆ, ਕਦੀ ਡੰਡਾ ਫੜਿਆ ਸੀ, ਕਦੀ ਰੰਬਾ ਫੜਿਆ ਸੀ ਤੇ ਅੱਜ ਬਾਬਾ ਬੁੱਢਾ ਜੀ ਨੇ ਝੰਡਾ ਫੜ ਲਿਆ ਹੱਥ ਵਿੱਚ ਤੇ ਪਿੰਡ ਪਿੰਡ ਘਰ ਘਰ ਜਾ ਕੇ ਜਥੇ ਤਿਆਰ ਕੀਤੇ। ਆਖਿਆ ਸਾਰੇ ਇਹ ਗੁਰੂ ਕਦੀ ਕੈਦ ਨਹੀਂ ਹੋ ਸਕਦਾ,
ਜੇ ਅੱਜ ਗੁਰੂ ਗਵਾਲੀਅਰ ਗਿਆ ਤੇ ਉਹਦਾ ਕੋਈ ਕੌਤਕ ਹੋ ਸਕਦਾ ਹੈ, ਜਾ ਕੇ ਗਵਾਲੀਅਰ ਦੇ ਦਰਸ਼ਨ ਕਰਕੇ ਆਓ। ਕਿਲੇ ਦੇ ਦਰਸ਼ਨ ਕਰਨ ਵਾਸਤੇ ਬਾਬਾ ਬੁੱਢਾ ਜੀ ਖੁਦ ਗਏ ਗਵਾਲੀਅਰ, ਸੰਗਤਾਂ ਨੂੰ ਭੇਜਿਆ। ਇਹ ਸੀ ਗ੍ਰੰਥੀਆਂ ਦਾ ਫਰਜ਼। ਐਵੇਂ ਕੋਈ ਗੱਦੀ ਤੇ ਬਹਿ ਗਿਆ ਆਖੇ ਮੈਂ ਬਾਬਾ ਬੁੱਢਾ ਹੀ ਬਣ ਗਿਆ। ਨਾ ਨਾ ਨਾ, ਉਹਨਾਂ ਨੇ 100 ਸਾਲ ਘਾਲਣਾ ਘਾਲੀ ਤਾਂ ਇਹ ਪਦਵੀ ਮਿਲੀ ਆ। ਇਹ ਨਹੀਂ ਵੀ ਕਿਸੇ ਡੇਰੇ ਜਾ ਕੇ ਤੇ ਮਾਰਨੀ ਪੜ੍ਹ ਕੇ 4 ਅੱਖਰ ਪੜ੍ਹ ਕੇ ਤੇ ਗ੍ਰੰਥੀ ਬਣ ਗਿਆ ਬਹਿ ਗਿਆ। ਨਾ 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 ਨਾ, ਉਹ ਫਿਰ ਹੁਣ ਸਮਾਂ ਬੜਾ ਹੋ ਗਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਅੱਜ ਦੇ ਦਿਨ, ਮੱਸਿਆ ਵਾਲੇ ਦਿਨ, ਭਾਦੋ ਸੁਦੀ ਏਕਮ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕਰਵਾਇਆ। ਤੇ ਮਹਾਰਾਜ ਇੱਕ ਬਾਣੀ ਦਾ ਬਚਨ ਆਉਂਦਾ ਹੈ, ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ। ਦੁਨੀਆਦਾਰ ਜਪਦਾ ਕੋਈ ਰਸ ਨਹੀਂ ਆਉਂਦਾ, ਪਾਠੀ ਬਥੇਰੇ ਜਪਦੇ ਨੇ, ਕੋਈ ਆਉਂਦਾ ਇੱਕ ਰਸ ਨਹੀਂ ਆਉਂਦਾ, ਕੋਈ ਟਿਕਾਉ ਹੀ ਨਹੀਂ ਵੱਜਦਾ। ਪਰ ਕਹਿੰਦੇ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ, ਕਰ ਬਚਿਤ ਚਾਓ ਨਿਤ ਮੰਗਲ ਗੁਰ ਦਰਸ਼ਨ, ਸਫਲ ਸੰਸਾਰ ਸਫਲ ਗੰਗਾ ਗੁਰ ਦਰਸ਼ਨ। ਇਹ ਇਸ ਬਾਣੀ ਨੂੰ ਕਿਤੇ ਬਾਬਾ ਅਤਰ ਸਿੰਘ ਪੜ੍ਹਦੇ ਹੋਣਗੇ, ਕੈਸਾ ਆਨੰਦ ਬੱਝਾ ਹੁੰਦਾ ਹੋਊਗਾ। ਇਹ ਬਾਣੀ ਜਦੋਂ ਬਾਬਾ ਬੁੱਢਾ ਜੀ ਪੜ੍ਹਦੇ ਹੋਣਗੇ, ਕੈਸਾ ਆਨੰਦ ਹੁੰਦਾ ਹੋਏਗਾ। ਇਹ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ, ਦੁਨੀਆਦਾਰ। ਇੱਕ ਗੁਰੂ ਨਾਨਕ ਸਾਹਿਬ ਦਾ ਬਚਨ ਕਹਿ ਕੇ ਹੁਣ ਆਪਾਂ ਸਮਾਪਤੀ ਵੱਲ ਚੱਲੀਏ, ਸਮਾਂ ਹੋ ਗਿਆ। ਮਹਾਰਾਜ ਕਹਿੰਦੇ ਸਿੱਧ ਸਾਧਕ ਅਰ ਜੋਗੀ ਜੰਗਮ, ਪੀਰ ਪੁਰਸ਼ ਬਹੁ ਤੇਰੇ, ਜੇ ਤਿਨ ਮਿਲਾ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ। ਕਹਿੰਦੇ ਕੋਈ ਸਿੱਧ ਸਾਧਕ ਜੋਗੀ, ਕੋਈ ਮਹਾਂਪੁਰਖ ਮਿਲੇ ਤੇ ਉਹਦੇ ਨਾਲ ਕੋਈ ਰੱਬ ਦੀ ਗੱਲ ਸਾਂਝੀ ਕਰੀਏ ਤੇ ਕੋਈ ਸਵਾਦ ਹੋਰ ਹੁੰਦਾ ਜ਼ਿੰਦਗੀ ਦਾ। ਤੇ ਜੇ ਬਿਨ ਗੁਣ ਗਾਹਕ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਭਾਈ। ਕਸਰ ਤਾਂ ਸਾਡੇ ਵਿੱਚ ਹੀ ਹੈ। ਪ੍ਰਭਾਤੇ ਕਰੇ ਇਸ਼ਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰਨ। ਇਹ ਜਿਹੜਾ ਗੁਰੂ ਕੀ ਬਾਣੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇੱਕ ਚਿੱਤ ਇੱਕ ਹੋ ਕੇ ਪੜ੍ਹੇਗਾ ਤੇ ਮਹਾਰਾਜ ਦਾ ਬਚਨ ਆਉਂਦਾ, ਗੁਰੂ ਕੀ ਬਾਣੀ ਜਿਸ ਮਨ ਵਸੇ, ਦੁਖ ਦਰ ਸਭ ਤਾਂਖਾ ਨਸੇ। ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਬਾਣੀ ਲਾਗੇ ਸੇ ਫਲ ਪਾਵੇ। ਇੱਕ ਖੀਰ ਤੇ ਬਚਨ ਕਹੀਏ ਹੁਣ ਕਰਕੇ ਆਪ ਸਮਾਪਤੀ ਕਰੀਏ। ਮਾਰ ਕਹਿੰਦੇ ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਆ ਤੇਰਾ ਸਰੀਰ ਬੰਦਿਆ ਰੱਬੀ ਗੁਣਾ ਨਾਲ ਭਰਿਆ ਪਿਆ ਵਾ, ਪਰ ਇਹ ਮਿਲਣੇ ਤਾਂ ਨਹੀਂ ਜੇ ਤੂੰ ਗੁਰੂ ਕੀ ਬਾਣੀ ਨਾਲ ਜੁੜ ਗਿਆ। ਇਹ ਸਬਰ ਸੰਤੋਖ ਵੇਖੀ ਤੈਨੂੰ ਕਿਵੇਂ ਮਿਲਦਾ। ਤੂੰ ਜੁੜਾ ਗੁਰੂ ਕੀ ਬਾਣੀ ਨਾਲ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲ ਕਰਤ ਨੇ ਪਾਰਾ, ਹਰ ਹਰ ਨਾਮ ਅਤੋਲਕ ਪਾਇਆ। ਇਹ ਜਿਹੜਾ ਕੀਮਤੀ ਖਜ਼ਾਨਾ ਸਾਡੇ ਹਿਰਦੇ 'ਚ ਰੱਬੀ ਨਾਮ ਦਾ ਹੈ ਨਾ, ਉਹ ਗੁਰਬਾਣੀ ਲਾਗੇ ਸੇ ਫਲ ਪਾਵੇ ਤਾਂ ਮਿਲਣਾ, ਜਿਹੜਾ ਗੁਰੂ ਕੀ ਬਾਣੀ ਪੜੂ ਸੁਣੂਗਾ। ਤੇ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਹੁਤ ਵੱਡਾ ਪਰਉਪਕਾਰ ਧਰਤੀ ਉੱਤੇ ਕੀਤਾ ਕਿ ਲੋਕਾਂ ਨੂੰ ਇੱਕ ਸ਼ਬਦ ਗੁਰੂ ਦਾ ਬਾਤ ਨਹੀਂ ਕਹੀ ਕੱਲੀ, ਸ਼ਬਦ ਨੂੰ ਗੁਰੂ ਦੇ ਬਰਾਬਰ ਰੱਖ ਕੇ ਪ੍ਰਕਾਸ਼ ਕਰ ਦਿੱਤਾ। ਅੱਜ ਮੈਂ ਸਵੇਰੇ ਅਰਦਾਸ ਸੁਣ ਰਿਹਾ ਸੀ, ਮੈਂ ਆਸਾ ਦੀ ਵਾਰ ਸੁਣਦਾ ਮਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਰਿਮੰਦਰ ਸਾਹਿਬ ਤੋਂ। ਤੇ ਜਦੋਂ ਉਹਨਾਂ ਨੇ ਅਰਦਾਸ ਕੀਤੀ ਮੱਧ ਦੀ, ਮੈਂ ਸੁਣਦਿਆਂ ਹਾਂ ਬੈਠਾ ਤੇ ਵਿੱਚ ਅਰਦਾਸ ਵਿੱਚ ਕਿਹਾ ਵੀ ਅੱਜ ਜਾਊਗੀ ਤੇ ਆਸਤਬਾਜ਼ੀ ਚਲਾਈ ਜਾਊਗੀ। ਉਹ ਨਕੰਮਿਓ, ਜਦੋਂ ਤੁਸੀਂ ਅਰਦਾਸ ਵਿੱਚ ਹੀ ਆਸਤਬਾਜ਼ੀ ਦਾ ਨਾਂ ਲਓਗੇ ਫਿਰ ਬਾਹਰ ਗੁਰਦੁਆਰਿਆਂ 'ਚ ਕੀ ਬਣੂ। ਤਰਨ ਤਾਰਨ ਦੇ ਵਿੱਚ ਕਿੰਨੇ 3-4 ਪਰਿਵਾਰ ਗੁਰਪੁਰਬ ਮਨਾਉਂਦਿਆਂ ਪਟਾਕਿਆਂ ਨਾਲ ਮੁੰਡੇ ਮਰ ਕੇ ਬਰਬਾਦ ਹੋ ਗਏ, 3-4 ਟੱਬਰ। ਅਜੇ 6 ਮਹੀਨੇ ਦੀ ਗੱਲ ਵਾ। ਤੇ ਤੁਹਾਨੂੰ ਫੇਰ ਨਹੀਂ ਖਿਆਲ ਆਇਆ, ਤੁਸੀਂ ਅਰਦਾਸ ਵਿੱਚ ਨਾਂ ਲੈਂਦੇ ਹੋ, ਆਸਤਬਾਜ਼ੀ ਚੱਲੂਗੀ ਰਾਤ ਨੂੰ ਦਰਬਾਰ ਸਾਹਿਬ। ਉਹ ਨਕੰਮਿਓ, ਕੋਈ ਤਾਂ ਖਿਆਲ ਕਰੋ, ਜਦੋਂ ਤੁਸੀਂ ਏਡੇ ਵੱਡੇ ਸਥਾਨ ਤੇ ਆਸਤਬਾਜ਼ੀਆਂ ਚਲਾਓਗੇ ਤੇ ਬਾਹਰ ਲੋਕੀ ਕੀ ਕਹਿਣਗੇ। ਪਰਿਵਾਰ ਮਰ ਗਏ 4-5 ਪਿਛਲੀ ਵਾਰੀ ਤਰਨ ਤਾਰਨ ਦਾ ਗੁਰਪੁਰਬ ਮਨਾਉਂਦਿਆਂ, ਆਸਤਬਾਜ਼ੀ ਚਲਾਉਂਦਿਆਂ ਮਰ ਗਏ ਪਰਿਵਾਰ। ਤੇ ਫਿਰ ਤੁਸੀਂ ਹਰਿਮੰਦਰ ਸਾਹਿਬ ਬੰਦ ਨਹੀਂ ਕੀਤੀ ਆਸਤਬਾਜ਼ੀ, ਫਿਰ ਤੁਸੀਂ ਅਰਦਾਸ ਵਿੱਚ ਆਸਤਬਾਜ਼ੀ ਦਾ ਨਾਂ ਤੁਸੀਂ ਅਰਦਾਸ ਵਿੱਚ ਲਓ। ਇਹ ਜਗਤਾਰ ਸਿੰਘ ਇਹ ਨਹੀਂ ਹੁਣ ਸੁਣਿਆ ਗਿਆ ਵੀ ਕਿੱਡੀ ਘਿਨਾਉਣੀ ਹਰਕਤ ਕੀਤੀ ਗਈ ਕਿ ਅਰਦਾਸ ਵਿੱਚ ਹੀ ਆਸਤਬਾਜ਼ੀ ਦਾ ਤੁਸੀਂ ਜ਼ਿਕਰ ਕਰਦੇ ਹੋ। ਰਾਤ ਨੂੰ ਆਸਤਬਾਜ਼ੀ ਅਸੀਂ ਚਲਾਉਣੀ ਦਰਬਾਰ ਸਾਹਿਬ।
ਉੱਥੇ ਹਜ਼ਾਰਾਂ ਲਾਈਟਾਂ ਲੱਗੀਆਂ, ਉੱਥੇ ਚਾਨਣ ਨਹੀਂ ਹੋਇਆ। ਤੁਸੀਂ ਮੋਮਬੱਤੀਆਂ ਜਗਾ ਕੇ ਤੇ ਉੱਥੇ ਹਵਾ ਨੂੰ ਗੰਦਿਆ ਕਰਨਾ ਤੁਸੀਂ। ਇਹ ਕੀ ਹੋ ਰਿਹਾ? ਕਿੱਥੇ ਗਈ ਸਿਆਣਪ ਤੁਹਾਡੀ? ਹਜ਼ਾਰਾਂ ਰੁਪਈਆ ਤੁਸੀਂ ਆਸਤਬਾਜ਼ੀ ਤੇ ਬਰਬਾਦ ਕਰੋਗੇ, ਸ਼ਹਿਰ ਵਿੱਚ ਆਸਤਬਾਜ਼ੀ ਚਲਾਓਗੇ ਤੇ ਪਿੰਡਾਂ ਦੇ ਗੁਰਦੁਆਰੇ 'ਚ ਲੋਕੀ ਫਿਰ ਚਲਾਉਣਗੇ ਤੇ ਅਸੀਂ ਕਿਵੇਂ ਰੋਕ ਲਾਵਾਂਗੇ? ਮਰ ਗਏ ਨਾ ਪਰਿਵਾਰ ਆਸਤਬਾਜ਼ੀ ਚਲਾਉਂਦਿਆਂ, ਗੁਰਪੁਰਬ ਮਨਾਉਂਦਿਆਂ। ਇੱਦਾਂ ਹੀ ਮਰਨੇ ਨੇ ਜਿੰਨਾ ਚਿਰ ਨਿਕੰਮੇ ਲੋਕ ਨਾ ਸੁਧਰੇ ਤੇ ਪਿੰਡਾਂ 'ਚ ਲੋਕਾਂ ਨੇ ਨਹੀਂ ਸੁਧਰਨਾ। ਇਹ ਜਿਹੜੀ ਦਰਬਾਰ ਸਾਹਿਬ ਆਸਤਬਾਜ਼ੀ ਕੀਤੀ ਜਾ ਰਹੀ ਪਈ, ਇਹ ਬੰਦ ਹੋਣੀ ਚਾਹੀਦੀ ਆ, ਮੁਕੰਮਲ ਤੌਰ ਤੇ ਬੰਦ ਹੋਣੀ ਚਾਹੀਦੀ ਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। काहू को परोसो जमीन और जमान को, काहू को चाकरी भंडार को, काहू को परोसो शाह पातशाह बिहार को, ते काहू को परोसो संत गिरीवान को, आपनों परोसो सब कोई फिरे, मोको तो परोसो सिखों को परोसो गुरु ग्रंथ महाराज को, मोको तो परोसो गुरु ग्रंथ महाराज को। सगल द्वार को छाड़ के गयो तुहारो द्वार, बाहें गए की लाज यस गोबिंद दास द्वार। धन गुरु ग्रंथ सच्चे पातशाह गुरु गोबिंद सिंह महाराज के खीर ते बचन कहता सी भी सब सिखण को हुक्म है, अपील नहीं है, हुक्म वा गुरु मानियो ग्रंथ। गुरु नानक साहब भी कहते ने शब्द गुरु सुरत चुन चेला। ਉਹ ਸ਼ਬਦ ਨੂੰ ਸਾਂਭ ਕੇ ਪੀੜਾ ਸਾਹਿਬ ਤੇ ਪ੍ਰਕਾਸ਼ ਕਰਕੇ ਅੱਜ ਦੇ ਦਿਨ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਨੂੰ ਆਇਆ। ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ। ਇਹ ਆਪ ਹੁਦਰੀਆਂ ਜਿਹੜੀ ਸਾਡੀ ਕੌਮ ਕਰਨ ਲੱਗ ਪਈ ਆ, ਕਾਲੀਆਂ ਝੰਡੀਆਂ ਫੜ ਕੇ, ਇਹਨਾਂ ਨੇ ਧਰਮ ਦਾ ਵਿਨਾਸ਼ ਕਰਕੇ ਰੱਖ ਦਿੱਤਾ ਹੈ। ਸਾਹਿਬ ਕਿਰਪਾ ਕਰਨ। ਇਹ ਸਮਾਂ ਬੜਾ ਮਾਣਾਜਕ ਆ ਭਾਈ। ਜੇ ਕੁਛ ਕਵਾਂਗੇ ਇਹ ਲੋਕੀ ਡੰਡੇ ਲੈ ਕੇ ਆ ਜਾਂਦੇ ਨੇ। ਡੰਡਾ ਤੇ ਇਹਨਾਂ ਨੇ ਅਕਲ ਦੇ ਆਨਿਆਂ ਨੇ ਪਹਿਲਾਂ ਹੀ ਮੋਢੇ ਤੇ ਰੱਖਿਆ ਹੁੰਦਾ। ਗੱਲ ਅਸੀਂ ਕੀ ਕਰਨੀ ਆ? ਇੱਕ ਮੈਂ ਗੱਲ ਕਹਿ ਦਿਆਂ, ਡੰਡਾ ਵਿਅਕਤੀ ਉਹੀ ਫੜੇਗਾ ਜਿਹਨੂੰ ਅਕਲ ਨਹੀਂ ਹੈ। ਅਕਲ ਵਾਲੇ ਬੰਦੇ ਕਦੀ ਡੰਡਾ ਨਹੀਂ ਰੱਖਦੇ ਕੋਲ। ਬੇਸਮਝਾਂ ਦੇ ਕੋਲ ਡੰਡੇ ਹੁੰਦੇ ਨੇ, ਅਕਲ ਵਾਲਿਆਂ ਕੋਲ ਕਲਮਾਂ ਹੁੰਦੀਆਂ ਨੇ। ਕਲਮਾਂ ਨਾਲ ਇਤਿਹਾਸ ਬਣਦੇ ਨੇ, ਡੰਡਿਆਂ ਨਾਲ ਵਿਨਾਸ਼ ਹੁੰਦੇ ਨੇ। ਸਾਹਿਬ ਕਿਰਪਾ ਕਰਨ। ਉੱਦਾਂ ਤਾਂ ਵੈਸੇ ਕਿਤੇ ਕਿਤੇ ਡੰਡੇ ਦੀ ਲੋੜ ਪੈ ਵੀ ਜਾਂਦੀ ਹੈ ਨੇ। 4 ਕਿਤਾਬਾਂ ਅਰਸੋਂ ਆਈਆਂ, 5ਵਾਂ ਆਇਆ ਨਾਲ ਡੰਡਾ। ਜਿਹੜਾ 4 ਕਿਤਾਬਾਂ ਨਹੀਂ ਮੰਨਦਾ ਉਹਨੂੰ 5ਵੇਂ ਨਾ ਬਣਾ ਦਿਓ ਡੰਡਾ। ਕਿਤੇ ਕਿਤੇ ਡੰਡੇ ਦੀ ਲੋੜ ਪੈਂਦੀ, ਹਰ ਥਾਂ ਤੇ ਡੰਡੇ ਨਹੀਂ ਚੱਲਦੇ ਭਾਈ। ਕਿਤੇ ਪਿਆਰ ਨਾਲ ਵੀ ਗੱਲ ਬਣ ਜਾਂਦੀ ਹੈ। ਸਾਹਿਬ ਕਿਰਪਾ ਕਰਨ। ਜਿੰਨਾ ਕਹਿਣ ਦਾਸ ਖਿਮਾ ਦਾ ਜਾਤਿਕ ਹੈ। ਸਾਹਿਬ ਕਿਰਪਾ ਕਰਨ ਭਾਈ। ਅਸੀਂ ਜੋ ਹਫ਼ਤਾਵਾਰ ਪ੍ਰੋਗਰਾਮ ਕਰਦੇ ਸਾਂ ਬੁੱਧਵਾਰ, ਕੁਦਰਤੀ ਅੱਜ ਸੱਚੇ ਪਾਤਸ਼ਾਹ ਦਾ ਦਿਹਾੜਾ ਆ ਗਿਆ ਤੇ ਆ ਸੰਗਤਾਂ ਨਾਲ ਵਿਚਾਰ ਦੀ ਸਾਂਝ ਪਾਈ ਆ। ਇਹਨਾਂ ਕਹਿੰਦਾ ਦਾਸ ਖਿਮਾ ਦਾ ਜਾਤਿਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।